Good afternoon, everyone. Welcome to ਬਾਲਾ ਐਜੂਕੇਸ਼ਨ ਪੁਆਇੰਟ। ਬਾਲਾ ਐਜੂਕੇਸ਼ਨ ਪੁਆਇੰਟ ਤੇ ਆਨਲਾਈਨ ਪਲੇਟਫਾਰਮ ਤੇ ਤੁਹਾਡਾ ਸਭ ਦਾ ਸਵਾਗਤ ਕਰਦਾ। ਲਗਾਤਾਰ ਬਾਲਾ ਐਜੂਕੇਸ਼ਨ ਪੁਆਇੰਟ ਤੇ ਕਰਨੀ ਤੋਂ ਸੀਡੀਪੀ ਦੇ ਪ੍ਰੀਵੀਅਸ ਐਗਜ਼ਾਮ ਪੇਪਰ ਦੀ ਜੋ ਤੁਹਾਡੀ ਆਪਣੀ ਸੀਰੀਜ਼ ਸ਼ੁਰੂ ਕੀਤੀ ਗਈ ਸੀ ਉਹ ਵੱਧਦੀ ਜਾ ਰਹੀ ਹੈ। ਅੱਜ ਦਾ ਜੋ ਤੁਹਾਡੇ ਨਾਲ ਸਾਹਮਣੇ ਲੈ ਕੇ ਪ੍ਰੈਜ਼ੈਂਟ ਹੋਇਆ 2015 ਦਾ ਸੀਡੀਪੀ ਦਾ ਪ੍ਰੀਵੀਅਸ ਐਗਜ਼ਾਮ ਪੇਪਰ ਹੈ ਜੋ 30 ਮਾਰਕਸ ਦਾ, ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਸੀ, 30 ਮਾਰਕਸ ਦੇ ਵਿੱਚ ਬਾਈਫਰਕੇਸ਼ਨ ਕੀਤੀ ਜਾਂਦੀ ਹੈ। ਸੀਡੀਪੀ ਦਾ ਤੁਹਾਡਾ ਆਪਣਾ 30 ਮਾਰਕਸ ਦਾ ਪੇਪਰ ਰੱਖਿਆ ਜਾਂਦਾ ਪੰਜਾਬ ਗਵਰਨਮੈਂਟ ਦੇ ਕੰਨੀ ਤੋਂ। ਇਸ ਤੋਂ ਪਹਿਲਾਂ ਬਾਲਾ ਐਜੂਕੇਸ਼ਨ ਪੁਆਇੰਟ ਦੇ ਕੰਨੀ ਤੋਂ ਟੋਟਲ ਅੱਜ ਤੱਕ 2020 ਤੋਂ ਲੈ ਕੇ 2015 ਤੱਕ ਦੇ ਤੁਹਾਡੇ ਪ੍ਰੀਵੀਅਸ ਐਗਜ਼ਾਮ ਪੇਪਰ ਦੀ ਲੜੀ ਖਤਮ ਹੋ ਚੁੱਕੀ ਹੈ। ਜਿਨ੍ਹਾਂ ਦੇ ਬੱਚਿਆਂ ਨੂੰ ਕੋਈ ਵੀ ਡਾਊਟ ਸੀ ਉਹ ਪੁੱਛ ਵੀ ਚੁੱਕੇ ਨੇ। ਉਸ ਤੋਂ ਪਹਿਲਾਂ ਲੈਕਚਰ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੋਸਤੋ ਇਹ ਦੱਸਣਾ ਚਾਹੂੰਗਾ, ਅਗਰ ਫਿਰ ਵੀ ਕਿਸੇ ਬੱਚੇ ਨੂੰ ਕੁਐਸਚਨ ਪੇਪਰ ਨਹੀਂ ਮਿਲ ਰਿਹਾ ਐਗਜ਼ਾਮ ਪ੍ਰੀਵੀਅਸ ਐਗਜ਼ਾਮ ਪੇਪਰ ਪੀਟੈਟ ਦਾ, ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ WhatsApp ਦਾ ਗਰੁੱਪ ਬਣਿਆ ਹੋਇਆ ਜੋ ਫ੍ਰੀ ਗਰੁੱਪ ਹੈ। ਵੈਸੇ ਫ੍ਰੀ ਵਾਲੀ ਚੀਜ਼ ਕਦੀ ਛੱਡੀ ਦੀ ਨਹੀਂ ਹੁੰਦੀ, ਠੀਕ ਹੈ। ਜਿੱਥੋਂ ਨੌਲੇਜ ਮਿਲਦੀ ਹੈ ਲੈ ਲੈਣੀ ਚਾਹੀਦੀ ਹੈ, ਜੋ ਸਾਨੂੰ ਆਪਣੀ ਲਰਨਿੰਗ ਦੇ ਕਨਸੈਪਟ 'ਚ ਦੱਸੀ ਜਾਂਦੀ ਹੈ। ਤਾਂ ਇਸ ਦੇ ਵਿੱਚ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ WhatsApp ਗਰੁੱਪ ਬਣਿਆ ਹੋਇਆ ਹੈ। ਉਹਦੇ ਵਿੱਚ ਤੁਸੀਂ ਆਪਣੇ ਜੋ ਅੱਜ ਤੱਕ ਤੁਹਾਡੇ ਆਪਣੇ ਪ੍ਰੀਵੀਅਸ ਪੇਪਰ ਕਰਵਾਏ ਗਏ ਨੇ, 2017 ਦਾ ਕੀਤਾ, 2018 ਤੇ ਕੀਤਾ, 19 ਦਾ ਕੀਤਾ ਔਰ 20 ਦਾ ਕੀਤਾ, ਔਰ ਅੱਜ ਆਪਾਂ 15 ਦਾ ਸ਼ੁਰੂਆਤ ਕਰਨ ਜਾ ਰਹੇ ਹਾਂ। ਤਾਂ ਉਹ ਫਿਲਹਾਲ ਤੁਹਾਨੂੰ ਮਿਲ ਜਾਣਗੇ ਅਗਰ ਤੁਸੀਂ ਬੱਚੇ ਨੂੰ ਚਾਹੁੰਦੇ ਵੀ ਨੇ ਤਾਂ। ਦੂਸਰੀ ਗੱਲ, ਇਹਦੇ ਵਿੱਚ ਟੋਟਲ ਹੁਣ ਤੱਕ ਤੁਹਾਡੇ ਆਪਣੇ ਸੀਡੀਪੀ ਦੇ 250 ਦੇ ਰਾਊਂਡ ਕੁਐਸਚਨਸ ਹੋ ਚੁੱਕੇ ਹੈ। ਅਗਰ ਕਿਸੇ ਬੱਚੇ ਨੂੰ ਇਕੱਠੇ ਕੁਐਸਚਨ ਵੀ ਚਾਹੀਦੇ ਨੇ PDF ਦੀ ਫਾਰਮ ਦੇ ਵਿੱਚ, ਤਾਂ ਉਹ ਇਸ ਨੰਬਰ ਤੇ ਤੁਸੀਂ ਆਪਣਾ ਕੰਟੈਕਟ ਨੰਬਰ ਕਰ ਸਕਦੇ ਹੋ। ਇਹ ਨੰਬਰ ਹੈ ਤੁਹਾਡਾ ਆਪਣਾ 9646810103। ਇਸ ਡਿਸਕ੍ਰਿਪਸ਼ਨ ਬਾਕਸ ਦੇ ਨੀਚੇ ਤੁਹਾਨੂੰ ਪ੍ਰੀਵੀਅਸ ਐਗਜ਼ਾਮ ਪੇਪਰ ਦੇ ਵੀਡੀਓਜ਼ ਵੀ ਮਿਲ ਜਾਣਗੇ ਔਰ ਤੁਹਾਨੂੰ ਆਪਣੇ ਇਹਦਾ PDF ਵੀ ਮਿਲ ਜਾਣਗੇ। ਸਿਰਫ ਇੱਕ ਕਲਿੱਕ ਕਰਨ ਦੀ ਦੇਰ ਹੈ, ਕਲਿੱਕ ਕਰਨ ਤੇ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ ਫਿਲਹਾਲ, ਠੀਕ ਹੈ ਜੀ। ਅੱਜ ਤੁਹਾਡੇ ਸਾਹਮਣੇ 2015 ਦਾ ਪ੍ਰੀਵੀਅਸ ਐਗਜ਼ਾਮ ਪੇਪਰ ਸੀਡੀਪੀ ਦਾ ਲੈ ਕੇ ਹਾਜ਼ਰ ਹੋਇਆ, ਜਿਹਦੇ ਵਿੱਚ ਤੁਹਾਡੇ ਆਪਣਾ ਕੁਐਸਚਨ ਦੇਖੇ ਜਾਣ ਤਾਂ ਕੁਐਸਚਨ ਬਹੁਤ ਸਾਰੇ ਈਜ਼ੀ ਕੁਐਸਚਨ ਨੇ, ਬਸ ਪਰ ਕ੍ਰੈਕ ਉਸ ਬੱਚੇ ਨੇ ਕੀਤਾ ਹੋਊਗਾ ਜਿਹਨੇ ਤਿਆਰੀ ਕੀਤੀ ਹੋਏਗੀ। ਤਾਂ ਉਹ ਫਸਟ ਕੁਐਸਚਨ ਅਰਾਈਜ਼ ਕਰਦੇ ਹਾਂ, ਤੁਹਾਡੇ ਸਾਹਮਣੇ ਰੱਖਦੇ ਹਾਂ। ਤਾਂ ਫਸਟ ਕੁਐਸਚਨ ਇਹੀ ਨਿਕਲ ਕੇ ਆਇਆ ਹੈ, ਦ ਲਾਅ ਆਫ ਐਕਸਰਸਾਈਜ਼ ਦਾ ਕੰਟਰੀਬਿਊਸ਼ਨ ਆਫ। ਕਹਿੰਦਾ ਕੀ ਹੈ, ਜਿਹੜਾ ਲਾਅ ਆਫ ਐਕਸਰਸਾਈਜ਼ ਹੈ ਇਹ ਕਿਹਦੀ ਦੇਣ ਹੈ, ਸਾਈਕੋਲੋਜੀ ਦੇ ਕਿਸ ਸਕੂਲ ਦੀ ਦੇਣ ਹੈ। ਫਿਲਹਾਲ ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਲਾਅ ਆਫ ਐਕਸਰਸਾਈਜ਼ ਹੈ ਉਹ ਇੱਕ ਤਰ੍ਹਾਂ ਦਾ ਪ੍ਰਿੰਸੀਪਲ ਹੈ ਜੋ ਕਿਹਦੇ ਦੁਆਰਾ ਦਿੱਤਾ ਗਿਆ ਸੀ, ਕਿਹਦੇ ਦੁਆਰਾ ਨਹੀਂ ਦਿੱਤਾ ਗਿਆ ਸੀ। ਫਿਲਹਾਲ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਤਾਂ ਤੁਹਾਨੂੰ ਪਤਾ ਹੋਏਗਾ ਲਾਅ ਆਫ ਐਕਸਰਸਾਈਜ਼ ਜਿਹੜਾ ਸਿਧਾਂਤ ਦਿੱਤਾ ਗਿਆ ਸੀ ਇਹ ਥੋਂਡਰਾਈਟ ਦੁਆਰਾ ਦਿੱਤਾ ਗਿਆ ਸੀ। ਕਿਹਦੇ ਦੁਆਰਾ ਦਿੱਤਾ ਗਿਆ ਸੀ? ਥੋਂਡਰਾਈਟ ਦੁਆਰਾ ਦਿੱਤਾ ਗਿਆ ਸੀਗਾ, ਜੋ ਉਹਨਾਂ ਦੇ ਪ੍ਰਾਇਮਰੀ ਲਾਅ ਦੇ ਵਿੱਚ ਇਹ ਦੂਸਰਾ ਪ੍ਰਿੰਸੀਪਲ ਹੈ। ਟੋਟਲ ਥੋਂਡਰਾਈਟ ਦੁਆਰਾ ਦੋ ਪ੍ਰਿੰਸੀਪਲਸ ਦੀ ਗੱਲ ਕੀਤੀ ਗਈ ਸੀ, ਇੱਕ ਪ੍ਰਾਇਮਰੀ ਪ੍ਰਿੰਸੀਪਲ ਦੀ ਜਾਂ ਪ੍ਰਾਇਮਰੀ ਲਾਅ ਦੀ ਗੱਲ ਕੀਤੀ ਗਈ ਸੀ, ਇੱਕ ਸੈਕੰਡਰੀ ਲਾਅ ਦੀ ਗੱਲ ਕੀਤੀ ਗਈ ਸੀ। ਪ੍ਰਿੰਸੀਪਲ ਦੇ ਅਕੋਰਡਿੰਗ, ਲਾਅ ਦੇ ਅਕੋਰਡਿੰਗ ਪ੍ਰਾਇਮਰੀ ਦੇ ਵਿੱਚੋਂ ਤੁਹਾਡਾ ਇਹ ਲਾਅ ਆਫ ਐਕਸਰਸਾਈਜ਼ ਨਿਕਲ ਕੇ ਬਾਹਰ ਆਇਆ, ਜੋ ਕਾਹਦੀ ਗੱਲ ਕਰਦਾ ਹੈ ਉਹਦੀ ਆਪਸ਼ਨ ਥੱਲੇ ਦਿੱਤੀ ਹੋਈਆਂ ਨੇ। A ਆਪਸ਼ਨ ਹੈ ਬਿਹੇਵੀਅਰਿਜ਼ਮ ਦੀ, B ਆਪਸ਼ਨ ਹੈ ਕੰਸਟਰਕਸ਼ਨਿਜ਼ਮ ਦੀ, C ਆਪਸ਼ਨ ਹੈ ਗੈਸੋਲਟ ਸਕੂਲ ਦੀ, ਜਾਂ D ਆਪਸ਼ਨ ਹੈ ਤੁਹਾਡੇ ਵਾਸਤੇ ਸਾਈਕੋ ਐਨਾਲਾਈਸਿਸ ਦੀ। ਤਾਂ ਅਗਰ ਗੱਲ ਕਰੀਏ ਲਾਅ ਆਫ ਐਕਸਰਸਾਈਜ਼, ਤੁਹਾਨੂੰ ਬਾਰ-ਬਾਰ ਸਮਝਾਇਆ ਗਿਆ ਸੀ, ਦੱਸਿਆ ਵੀ ਗਿਆ ਸੀ, ਜਿਹੜਾ ਲਾਅ ਆਫ ਐਕਸਰਸਾਈਜ਼ ਹੈ ਔਰ ਡਰਿਲ ਔਰ ਪ੍ਰੈਕਟਿਸ ਨੂੰ ਜਨਮ ਦਿੰਦਾ ਹੈ। ਡਰਿਲ ਔਰ ਪ੍ਰੈਕਟਿਸ ਦਾ ਮਤਲਬ ਕੀ ਹੋਏਗਾ? ਸਭ ਤੋਂ ਪਹਿਲਾਂ ਜਦੋਂ ਬੱਚੇ ਨੇ ਲਰਨਿੰਗ ਕਰਨੀ ਹੈ ਤਾਂ ਪਾਰਟ ਦੇ ਵਿੱਚ ਲਰਨਿੰਗ ਕਰੇ, ਇੱਕਦਮ ਲਰਨਿੰਗ ਕਰਨ ਦੀ ਜ਼ਰੂਰਤ ਨਹੀਂ ਹੈ। ਪਾਰਟ ਲਰਨਿੰਗ ਦੀ ਗੱਲ ਕੀਤੀ ਗਈ ਸੀ ਇਹਨਾਂ ਦੇ ਦੁਆਰਾ, ਠੀਕ ਹੈ ਜੀ, ਪਾਰਟ ਲਰਨਿੰਗ ਦੀ। ਔਰ ਦੂਸਰੀ ਗੱਲ ਕੀਤੀ ਗਈ, ਜਦੋਂ ਬੱਚਾ ਸਿੱਖੂਗਾ ਤਾਂ ਇਹ ਨਹੀਂ ਹੈਗਾ ਕਿ ਬੱਚੇ ਨੂੰ ਤੁਸੀਂ ਐ ਨਾ ਸਮਝਿਓ ਕਿ ਬੱਚਾ ਇਨਬੋਰਨ ਹੀ ਸਿੱਖਿਆ ਹੋਇਆ ਹੈ। ਬੱਚਾ ਇਮੀਟੇਸ਼ਨ ਕਰਕੇ ਚੀਜ਼ ਨੂੰ ਕੀ ਕਰੂਗਾ? ਸਿੱਖੂਗਾ, ਨਕਲ ਕਰੂਗਾ। ਮਤਲਬ ਜਿਸ ਤਰ੍ਹਾਂ ਬਿਹੇਵੀਅਰ ਸਾਹਮਣੇ ਰੱਖਿਆ ਜਾਊਗਾ ਉਹੀ ਬਿਹੇਵੀਅਰ ਬੱਚਾ ਕੀ ਕਰ ਲੂਗਾ? ਇੰਟਰਲਾਈਜ਼ ਕਰ ਲੂਗਾ। ਤਾਂ ਆਪਸ਼ਨਾਂ ਦੇ ਅਕੋਰਡਿੰਗ ਅਗਰ ਦੇਖਿਆ ਜਾਵੇ ਤਾਂ ਕੁਐਸਚਨ ਪੁੱਛਿਆ ਗਿਆ ਲਾਅ ਆਫ ਐਕਸਰਸਾਈਜ਼ ਦਾ, ਤਾਂ ਤੁਹਾਨੂੰ ਸਭ ਨੂੰ ਪਤਾ ਅਭਿਆਸ ਦੀ ਪ੍ਰਕਿਰਿਆ ਦਾ ਕੁਐਸਚਨ ਪੁੱਛਿਆ ਗਿਆ ਜਾਂ ਅਭਿਆਸ ਤੇ ਕਾਨੂੰਨ ਦਾ ਰਿਸ਼ਤਾ ਪੁੱਛਿਆ ਗਿਆ, ਤਾਂ ਇਹਦੇ ਵਾਸਤੇ ਇੱਕੋ ਹੀ ਆਪਸ਼ਨ ਸਿਲੈਕਟ ਕੀਤੀ ਜਾਊਗੀ ਜੋ ਤੁਹਾਡੇ ਆਪਣੇ ਬਿਹੇਵੀਅਰ ਨੂੰ ਜਨਮ ਦੇਊਗੀ। ਮਤਲਬ ਅੱਛੇ ਬਦਲੇ ਅੱਛਾ ਔਰ ਬੁਰੇ ਬਦਲੇ ਬੁਰਾ, ਜੋ ਤੁਹਾਨੂੰ ਕੀਤਾ ਸੀ ਮੇਰੇ ਨਾਲ, ਠੀਕ ਹੈ। ਤੇ ਧਿਆਨ ਰੱਖਿਓ ਇਹ ਪੁਆਇੰਟ ਸਾਡੇ ਨਾਲ ਦਿੱਤਾ ਗਿਆ ਇਹਦੇ ਵਿੱਚ ਆਪਸ਼ਨ ਦੇ ਅਕੋਰਡਿੰਗ ਵਿਵਹਾਰਵਾਦ, ਠੀਕ ਹੈ। ਲਾਅ ਆਫ ਐਕਸਰਸਾਈਜ਼ ਜਿਹੜਾ ਤੁਹਾਡੇ ਵਾਸਤੇ ਦਿੱਤਾ ਗਿਆ ਹੈ ਉਹ ਬਿਹੇਵੀਅਰਿਜ਼ਮ ਦਾ ਇੱਕ ਸਕੂਲ ਦੀ ਦੇਣ ਹੈ, ਜਿਸ ਦੀ ਗੱਲ ਨਿਕਲ ਕੇ ਸੀ ਥੋਂਡਰਾਈਟ ਦੇ ਲਾਅ ਦੀ, ਲਾਅ ਆਫ ਐਕਸਰਸਾਈਜ਼ ਦੀ। ਤਾਂ ਇਹ ਆਪਸ਼ਨ ਤੁਹਾਡੇ ਵਾਸਤੇ ਇਹਦੇ ਵਿੱਚ ਰਾਈਟ ਆਨਸਰ ਆਏਗਾ, ਠੀਕ ਹੈ ਜੀ। ਨੈਕਸਟ ਆਓ ਕੁਐਸਚਨ ਨੰਬਰ ਸੈਕਿੰਡ ਦੀ ਗੱਲ ਕਰੀਏ। ਕੁਐਸਚਨ ਨੰਬਰ ਸੈਕਿੰਡ ਕੀ ਕਹਿੰਦਾ ਹੈ? ਇਟ ਇਜ਼ ਸੈਡ ਦੈਟ
ਆ ਟੀਚਰ ਸ਼ੁੱਡ ਬੀ ਅ ਰਿਸੋਰਸਫੁਲ। ਸਾਰੇ ਕਹਿੰਦੇ ਨੇ ਜਦੋਂ ਤਾਂ NCF ਲਾਂਚ ਕੀਤਾ ਗਿਆ ਸੀ ਉਹਦੇ ਕੰਨੀ ਕਿਹਾ ਗਿਆ ਸੀ ਕਿ ਜਿਹੜਾ ਟੀਚਰ ਹੋਣਾ ਚਾਹੁੰਦਾ ਹੈ ਉਹ ਟੈਕਟਫੁਲ ਹੋਣਾ ਚਾਹੁੰਦਾ ਹੈ और फैसिलिटेटर होना जरूरी है और पर रिसोर्सिस की भरमार होनी जरूरी है। टीचर बच्चे नूं रिसोर्स प्रोवाइड करूगा क्योंकि कारण यही है कि जो स्कूल है साडे वास्ते इंकलूसिव एजुकेशन प्रोवाइड करता है। किसी बच्चे दे मतलब कि किसी बच्चे उत्ते कोई भी डिस्क्रिमिनेशन नहीं किया जाऊगा। तो इत्थे सही किया गया जो टीचर होना चाहता है और रिसोर्सफुल होना जरूरी है। हुण रिसोर्सफुल का मतलब की है, ऑप्शन चेक कर लेने। ही शुड हैव इनफ मनी प्रॉपर्टी सो दैट मे नॉट हैव गिव ट्यूशनस। और पास काफ़ी सारी मनी होनी चाहिए ताकि उन्होंने ट्यूशन की लोड़ ना पवे। ये चीज़ गलत है। रिसोर्सफुल का मतलब होंगे कि टीचर के पास नॉलेज होनी चाहिए, एडिक्वेट नॉलेज होनी चाहिए ताकि बच्चे की प्रॉब्लम की किया जा सकता है, सॉल्व किया जा सकता है। तो ऑप्शन काफ़ी सारी दी हुई ने, 4 ऑप्शन ने। ये एक ऐसी ऑप्शन ही होएगी जो इस चीज़ की गल करूगा। तो बी ऑप्शन कहता कि है ही शुड हैव अ गुड कंटैक्ट विद द हायर अथॉरिटी और ये अच्छे तालुकात होने चाहिए टीचर के बड़ी बड़ी अथॉरिटीज़ के नाल ताकि उन्होंने हार्म ना किया जा सके, कोई उन्होंने समस्या ना पहुँचा सके। ठीक है, तो ये भी ऑप्शन की हो जूगी, गलत हो जूगी। रिसोर्सफुल की गल की गई है तो ऑप्शन अकॉर्डिंग सी चेक कर लेने। ही शुड हैव एडिक्वेट नॉलेज और ये पास अच्छी नॉलेज होनी चाहिए है। सो टू हैव टू प्रॉब्लम जो बच्चे की एक प्रॉब्लम होगी उन्हें टीचर की कर सकता होगा, सॉल्व कर सकता होगा। तो ऑप्शन नंबर सी साढ़े वास्ते राइट बनती है। अज तक के लिए आप डी ऑप्शन भी पढ़ लेने। फिलहाल ही शुड हैव अ गुड रेपुटेशन अमंग द स्टूडेंट्स। एक टीचर की स्टूडेंट्स के विचकार रेपुटेशन होनी जरूरी है। ये बाद की चीज़ बन सकती है फिलहाल, लेकिन इस वास्ते क्वेश्चन वास्ते चीज़ में मैं की करूँगा, गलत कहूँगा। तो सी आंसर एक एप्रोप्रिएट आंसर है टीचर के रिसोर्सफुल वास्ते। तो सी ऑप्शन कहता कि टीचर पर गुड नॉलेज होनी चाहिए है ताकि जो बच्चे की एक प्रॉब्लम है उन्होंने किया जा सकता है, सॉल्व किया जा सकता है। सी ऑप्शन साढ़े वास्ते राइट बनूगी एज पर द रिसोर्सफुल के नाते। नैक्सट आओ क्वेश्चन नंबर 3। क्वेश्चन नंबर 3 की कह रहे हैं विच अमेंडमेंट। नीचे दी कुछ ऑप्शनस ने जो गल करते किसी अमेंडमेंट को लेके। अमेंडमेंट की दी गई है विच अमेंडमेंट ऑफ द कॉन्स्टिट्यूशन संविधान के विच बच्चों वास्ते किहड़ी चीज़ों में चेंजिस की गई सी। अमेंडमेंट का मतलब होंदा है किहड़ी चीज़ों चेंज किया, किहड़ी चीज़ से सोध की गई सी। ऐसी किहड़ी चीज़ है लाइक बच्चा वास्ते दसती गई है कि फ्री एंड कंपलसरी एजुकेशन होनी जरूरी है। किहड़े बच्चे वास्ते जिहड़े बच्चे की उम्र 6 तो लैके 14 साल तक की है। तुहानूं एक एक्ट चूज करना नीचे दी ऑप्शनों के अकॉर्डिंग, लेकिन इत्थे मैं क्वेश्चन थोड़ा जिहा एक्सपैंड करूँगा। 6 तो लैके 14 साल तक बच्चों वास्ते फ्री एंड कंपलसरी एजुकेशन की गल की गई सी, लेकिन जोड़े बच्चे हैंडीकैप्ट ने, ठीक है, उन्होंने वास्ते गल की 6 तो लैके 18 साल तक की। कारण यही है क्वेश्चन के कुछ मर्जी पूछा जा सकता है। ਜਿਹੜੇ नॉर्मल स्टूडेंट्स ने उन्होंने वास्ते 6 तो लैके 14 साल तक की गल की थोड़े अपने राइट टू एजुकेशन एक्ट के विच, और गल की 6 तो लैके 18 साल तक के बच्चे वास्ते ਜਿਹੜੇ हैंडीकैप्ट बच्चे ने उन्हों की गल की गई सी। जिस टाइम क्वेश्चन पेपर आया सी ना उस टाइम ऑप्शन गलत दी हुई सी। ए ऑप्शन 95 दिता होया सीगा, बी ऑप्शन 94 दिता होया सी, सी ऑप्शन 93 दिता होया सी। तो मैं इत्थे ऑप्शन नूं चेंज किया है फिलहाल, ठीक है। तो ध्यान रखना 86 अमेंडमेंट एक्ट साडे वास्ते फ्री एंड कंपलसरी एजुकेशन की गल करूँगा 6 तो लैके 14 साल तक के बच्चों वास्ते। ऑप्शन उस टाइम पूछी गई होगी, कोई फिलहाल गलत ऑप्शन टाइपिंग मिस्टेक हो सकती है, लेकिन इतने फिलहाल मैं गलत चीज़ को सही करके लिखा जो अपना ऑप्शन आनी है वो 86 ही करैक्ट की जाऊगी, ठीक है जी, ध्यान रखना। नैक्सट आओ क्वेश्चन नंबर 4। थोड़ा कन्फ्यूजिंग क्वेश्चन सी, कारण यही है क्योंकि जो अज का सिलेबस है थोड़ा अपना वो 2015 के सिलेबस के कंपैरिजन नहीं करता। ये उस टाइम की थ्योरी च पूछा गया हो फिलहाल, तो आप इनू देख लेने। फिलहाल क्वेश्चन पूछ लिता जाता कई बार पर नहीं पूछ सकते। चौथा क्वेश्चन फिलहाल देखते हैं की कहता है। फोर्थ क्वेश्चन, आ बैकवर्ड चाइल्ड इज वन। एक पिछड़ा बच्चा एक वो बच्चा होएगा हु इज द मिड स्कूल करियर अनएबल टू डू द वर्क। जिहड़ा बच्चे का कम कह सकते करियर है वो काम के नाल शुरुआत नहीं कर सकता। बच्चा अपनी नॉर्मल एज तो बिलो किस तरह का मन्निया जाऊगा। ये डेफिनेशन हु गिव्स डेफिनेशन अबाउट द बैकवर्ड चाइल्ड, ये डेफिनेशन किन्ने द्वारा दी गई सी। अगर इंग्लिश नहीं समझ आया फिलहाल तो मैं पंजाबी दस देना। ये एग्जाम्पल के तौर पर मान के चलो कोई बच्चा 5th क्लास के विच है, 5वीं क्लास के विच बच्चा हैगा, ओनू पिछली क्लास यानी कि 4th क्लास, ओनू पिछली क्लास यानी कि 4th क्लास का मैथ ही नहीं सॉल्व करना आ रहा।
ਤਾਂ ਮਤਲਬ ਇਹੀ ਗੱਲ ਕਹਿੰਦੇ ਵੇ ਆ ਕਿ ਬੱਚਾ ਪ੍ਰਮੋਟ ਤਾਂ ਹੋ ਰਿਹਾ ਹੈ ਲੇਕਿਨ ਬੱਚੇ ਦੀ ਅਸਲ ਦੀ ਜਿਹੜੀ ਐਕਚੁਅਲ ਰੀਅਲਾਈਜੇਸ਼ਨ ਸਟੱਡੀ ਹੈ ਉਹ ਕੰਪਲੀਟ ਨਹੀਂ ਹੋ ਰਹੀ। ਮਤਲਬ ਪ੍ਰਮੋਟ ਵਾਕਈ ਕਰੀ ਜਾਂਦਾ ਬੱਚਾ, ਠੀਕ ਹੈ, ਪੰਜਵੀਂ ਤੇ ਛੇਵੀਂ ਚ ਹੋ ਗਿਆ, ਛੇਵੀਂ ਤੇ ਸੱਤਵੀਂ ਚ ਹੋ ਗਿਆ, ਕਿ ਅਗਰ ਰੀਅਲ ਫਿਨੋਮੀਨਾ ਚੈੱਕ ਕੀਤਾ ਜਾਵੇ ਬੱਚੇ ਦਾ ਕਿ ਪਿਛਲੀ ਚੀਜ਼ ਬੱਚੇ ਨੂੰ ਆਂਦੀ ਪਈ ਹੈ ਉਹ ਕਵਰ ਕਰਦਾ ਪਿਆ ਜਾਂ ਨਹੀਂ ਕਰਦਾ ਪਿਆ। ਇਹੀ ਕੁਐਸਚਨ ਗੱਲ ਕੀਤੀ ਹੈ, ਇਹਦੀ ਡੈਫੀਨੇਸ਼ਨ ਦਿੱਤੀ ਗਈ ਸੀ ਕਿਹਦੇ ਦੁਆਰਾ, ਔਰ ਨਾਮ ਨੀਚੇ ਦਿੱਤੀ ਹੋਈਆਂ ਨੇ। ਤੇ ਇਹ ਆਪਸ਼ਨ ਸਾਡੇ ਵਾਸਤੇ ਥੋਂਡਰਾਈਟ, ਬੀ ਆਪਸ਼ਨ ਸਾਡੇ ਵਾਸਤੇ ਇਹਦੇ ਚ ਦਿੱਤੀ ਵੀ ਹੈ ਸੀਰੀਅਲ ਬਰਟ, ਔਰ ਸੀ ਆਪਸ਼ਨ ਸਾਡੇ ਵਾਸਤੇ ਦਿੱਤੀ ਹੈ ਬਰਟਨ, ਔਰ ਥਰਡ ਲਾਸਟ ਆਪਸ਼ਨ ਸਾਡੇ ਵਾਸਤੇ ਦਿੱਤੀ ਹੈ ਟੀਕੇ ਮੈਨਨ। ਤਾਂ ਅਗਰ ਮੈਂ ਚੈੱਕ ਕਰਾਂ ਬੈਕਅਪ ਕਲਾਸ ਨੂੰ ਲੈ ਕੇ ਤਾਂ ਉਸ ਟਾਈਮ ਦੇ ਵਿੱਚ ਗੱਲ ਕੀਤੀ ਗਈ ਸੀ ਥੋਂਡਰਾਈਟ ਦਾ ਕਿਤੇ ਵੀ ਇਹਦੇ ਵਿੱਚ ਨਹੀਂ ਰੱਖਿਆ ਜਾਊਗਾ। ਇਹ ਆਪਸ਼ਨ ਸਾਡੇ ਵਾਸਤੇ ਗਲਤ ਆਪਸ਼ਨ ਹੈ, ਇੱਕ ਫੈਕਚੁਅਲ ਕੁਐਸਚਨ ਹੈ, ਇਸ ਨੂੰ ਇਸ ਤਰ੍ਹਾਂ ਹੀ ਯਾਦ ਕਰਨਾ ਪਊਗਾ। ਤਾਂ ਬੈਕਵਰਡ ਕਲਾਸ ਦੀ ਡੈਫੀਨੇਸ਼ਨ ਦਿੱਤੀ ਗਈ ਸੀ ਉਹਦੇ ਵਾਸਤੇ ਰਾਈਟ ਆਨਸਰ ਜਿਹੜਾ ਆਏਗਾ ਤੁਹਾਡੇ ਵਾਸਤੇ ਉਹ ਬੀ ਆਪਸ਼ਨ ਰਾਈਟ ਹੋਏਗੀ, ਜਿਸ 'ਚ ਗੱਲ ਕੀਤੀ ਗਈ ਸੀ ਸੀਰੀਅਲ ਬਰਟ ਨੇ। ਇਹ ਜਿਹੜਾ ਬੈਕਵਰਡ ਕਲਾਸ ਦਾ ਬੱਚਾ ਹੁੰਦਾ ਹੈ ਉਹ ਆਪਣੀ ਪਿਛਲੇ ਕਲਾਸ ਦਾ ਮੈਥ ਨਹੀਂ ਕਵਰ ਕਰ ਪਾ ਰਿਹਾ ਜਾਂ ਕੋਈ ਹੋਰ ਅਨਦਰ ਟੌਪਿਕ ਨਹੀਂ ਚੂਜ਼ ਕਰ ਪਾ ਰਿਹਾ, ਤਾਂ ਉਹ ਬੱਚੇ ਦੀ ਰਿਟੈਂਸ਼ਨ ਪਾਵਰ ਆ ਸਾਡੇ ਵਾਸਤੇ ਕੀ ਹੈ, ਘੱਟ ਹੈ। ਦਿਮਾਗ ਦੇ ਵਿੱਚ ਕਹਿ ਸਕਦੇ ਕਿ ਬੱਚੇ ਦੀ ਮੈਮਰੀ ਇੰਨੀ ਜ਼ਿਆਦਾ ਵਾਸਟ ਨਹੀਂ ਹੈ ਤਾਂ ਕਿ ਉਹ ਪਿਛਲੀ ਚੀਜ਼ਾਂ ਵੀ ਕੀ ਕਰ ਸਕੇ, ਯਾਦ ਰੱਖ ਸਕੇ। ਇਹ ਬੈਕਵਰਡ ਕਲਾਸ ਦੀ ਡੈਫੀਨੇਸ਼ਨ ਦੇ ਅਕੋਰਡਿੰਗ ਸੀਰੀਅਲ ਬਰਟ ਨੇ ਚੀਜ਼ ਬਾਰੇ ਕੰਸਟਰਕਟ ਕੀਤਾ ਸੀਗਾ, ਠੀਕ ਹੈ ਜੀ। ਨੈਕਸਟ ਆਓ ਕੁਐਸਚਨ ਨੰਬਰ 5। ਕੁਐਸਚਨ ਨੰਬਰ 5 ਕਹਿੰਦਾ ਕੀ ਹੈ, ਕਲਚਰ ਐਕਸਪੈਕਟੇਸ਼ਨਸ ਆਫ ਦੀ ਮੇਲ ਐਂਡ ਫੀਮੇਲ ਬਿਹੇਵੀਅਰ ਆਰ ਕਾਲਡ। ਜਿਹੜੇ ਬੱਚੇ ਦੇ ਕਹਿ ਸਕਦੇ ਮੇਲ ਜਿਹਨੂੰ ਅਸੀਂ ਮਰਦ ਬੋਲਦੇ ਆ, ਫੀਮੇਲ ਜਿਹਨੂੰ ਅਸੀਂ ਔਰਤ ਬੋਲਦੇ ਆ, ਉਹਦਾ ਜਿਹੜਾ ਬਿਹੇਵੀਅਰ ਹੈ ਸੱਭਿਆਚਾਰ ਮਤਲਬ ਕਲਚਰ ਉੱਤੇ ਡਿਪੈਂਡ ਕਰਦਾ, ਉਹਦੀ ਉਮੀਦਾਂ ਉੱਤੇ ਡਿਪੈਂਡ ਕਰਦਾ ਹੈ। ਲਾਈਕ ਉਹਨਾਂ ਨੂੰ ਅਸੀਂ ਕੀ ਕਵਾਂਗੇ ਆਪਸ਼ਨ ਦੇ ਅਕੋਰਡਿੰਗ। ਆਪਸ਼ਨਾਂ ਨੇ ਜੈਂਡਰ ਰੋਲ, ਜੈਂਡਰ ਟਾਈਪਸ, ਸੀ ਆਪਸ਼ਨ ਸਾਡੇ ਵਾਸਤੇ ਜੈਂਡਰ ਆਇਡੈਂਟੀਟੀਜ਼, ਔਰ ਡੀ ਆਪਸ਼ਨ ਸਾਡੇ ਵਾਸਤੇ ਜੈਂਡਰ ਕੰਸੈਂਸੀ। ਹੁਣ ਅਗਰ ਮੈਂ ਗੱਲ ਕਰਾਂ ਇਸ ਚੀਜ਼ ਨੂੰ ਲੈ ਕੇ ਤਾਂ ਕੁਐਸਚਨ ਦੇ ਵਿੱਚ ਗੱਲ ਕੀਤੀ ਗਈ ਹੈ ਮੇਲ ਔਰ ਫੀਮੇਲ ਤੇ ਡਿਸਕ੍ਰਿਮੀਨੇਸ਼ਨ ਦੀ। ਲੜਕੀਆਂ ਨੂੰ ਪਿੰਕ ਕਲਰ ਪਸੰਦ ਹੈ, ਲੜਕਿਆਂ ਨੂੰ ਗ੍ਰੀਨ ਕਲਰ ਪਸੰਦ ਹੈ, ਇਹ ਵੀ ਇੱਕ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਹੈ। ਲੜਕੀਆਂ ਵਾਸਤੇ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦਾ ਕਿਚਨ ਸੈੱਟ ਲਿਆ ਕੇ ਦਿੱਤਾ ਜਾਵੇ ਤਾਂ ਕਿ ਲੜਕੀਆਂ ਕਿਚਨ ਸੈੱਟ ਪਸੰਦ ਕਰਨ, ਉੱਥੇ ਲੜਕਿਆਂ ਨੂੰ ਐਕਚੁਅਲ ਦੱਸਿਆ ਜਾਂਦਾ ਕਿ ਤੁਹਾਨੂੰ ਡਾਕਟਰ ਸੈੱਟ ਪਸੰਦ ਆਉਣਾ ਚਾਹੁੰਦਾ ਹੈ ਤਾਂ ਕਿ ਤੁਸੀਂ ਡਾਕਟਰ ਬਣ ਸਕੋ, ਠੀਕ ਹੈ। ਲੜਕਿਆਂ ਨੂੰ ਘਰ ਦੇ ਕੰਮ ਵਾਸਤੇ ਕਿਹਾ ਜਾਂਦਾ ਹੈ, ਈਵਨ ਕਿ ਲੜਕੇ ਬਾਹਰ ਪਲੇਗਰਾਊਂਡ 'ਚ ਪਲੇ ਕਰਨ ਵਾਸਤੇ ਜਾਂਦੇ ਨੇ। ਇੱਕ ਜੈਂਡਰ ਰੋਲ ਦੱਸਿਆ ਗਿਆ ਕਿ ਇੱਕ ਰੋਲ ਜਿਹੜਾ ਹੈਗਾ ਲੜਕੇ ਵਾਸਤੇ ਕਿਹੜਾ ਹੋਏਗਾ ਔਰ ਲੜਕੀਆਂ ਵਾਸਤੇ ਕਿਹੜਾ ਹੋਏਗਾ, ਜੋ ਸਾਡੇ ਆਪਣੇ ਕਿਹਦੇ ਉੱਤੇ ਡਿਪੈਂਡ ਕਰਦਾ, ਤੁਹਾਡੇ ਆਪਣੇ ਕਲਚਰ ਦੇ ਉੱਤੇ। ਤਾਂ ਆਪਸ਼ਨ ਦੇ ਅਕੋਰਡਿੰਗ ਮੈਂ ਆਨਸਰ ਬੋਲ ਚੁੱਕਿਆ ਫਿਲਹਾਲ। ਇਹ ਸਾਡੇ ਵਾਸਤੇ ਇੱਕ ਰੋਲ ਹੈ ਜੋ ਮੇਲ ਨੂੰ ਪੇ ਕਰਨਾ ਪੈਂਦਾ ਔਰ ਫੀਮੇਲ ਨੂੰ ਵੀ ਪੇ ਕਰਨਾ ਪੈਂਦਾ ਹੈ। ਇਸ ਰੋਲ ਦਾ ਨਾਮ ਸਾਡੇ ਵਾਸਤੇ ਕੀ ਹੈ, ਜੈਂਡਰ ਰੋਲ। ਇਹ ਕਲਚਰ ਐਕਸਪੈਕਟੇਸ਼ਨ ਹੀ ਦੱਸਦੀਆਂ ਨੇ ਮੇਲ ਔਰ ਫੀਮੇਲ ਦੇ ਇਸ ਤਰ੍ਹਾਂ ਦੇ ਬਿਹੇਵੀਅਰ ਨੂੰ, ਠੀਕ ਹੈ ਜੀ। ਨੈਕਸਟ ਆਓ ਕੁਐਸਚਨ ਨੰਬਰ 6 ਕੀ ਗੱਲ ਕਰਦਾ ਹੈ। 6 ਕੁਐਸਚਨ ਨੰਬਰ ਕਹਿੰਦਾ ਹੈ ਪਿਆਜੇਸ ਐਡਵੋਕੇਟਡ ਦ ਨੀਡ ਆਫ ਟੇਲਰਿੰਗ ਦ ਐਜੂਕੇਸ਼ਨ ਆਫ ਦ ਚਾਈਲਡ। ਮਤਲਬ ਬੱਚੇ ਦੇ ਅਕੋਰਡਿੰਗ ਹੀ ਆਪਣੇ ਆਪ ਨੂੰ ਕੀ ਕਰਨਾ ਪਊਗਾ, ਟੇਲਰ ਕਰਨਾ ਪਊਗਾ। ਮਤਲਬ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਣੀ ਪੈਣਗੀਆਂ ਅਕੋਰਡਿੰਗ ਟੂ ਦ ਲੈਵਲ ਆਫ ਫੰਕਸ਼ਨਿੰਗ ਆਫ ਕੋਗਨੀਟਿਵ ਸਟਰਕਚਰ। ਜਿਸ ਤਰ੍ਹਾਂ ਬੱਚੇ ਦਾ ਕੋਗਨੀਟਿਵ ਸਟਰਕਚਰ ਬਣਿਆ ਹੋਇਆ ਹੈ ਉਹਦੇ ਅਕੋਰਡਿੰਗ ਹੀ ਤੁਹਾਨੂੰ ਐਜੂਕੇਸ਼ਨ ਪ੍ਰੋਵਾਈਡ ਕਰਨੀ ਪਊਗੀ। ਕਿਹਨੂੰ ਪ੍ਰੋਵਾਈਡ ਕਰਨੀ ਪਊਗੀ, ਬੱਚੇ ਨੂੰ। ਕੌਣ ਕਰੂਗਾ, ਟੀਚਰ ਕਰੂਗਾ। ਇਸ ਨੂੰ ਅਸੀਂ ਕੀ ਬੋਲਾਂਗੇ, ਪਿਆਜੇ ਦੇ ਅਕੋਰਡਿੰਗ। ਤਾਂ ਬਹੁਤ ਵਾਰੀ CDP ਦਾ ਆਪਣਾ ਇੱਕ ਟੌਪਿਕ ਵੀ ਹੈ ਚਾਈਲਡ ਸੈਂਟਰ ਅਪਰੋਚ ਔਰ ਟੀਚਰ ਸੈਂਟਰ ਅਪਰੋਚ, ਜਿਹਦੇ ਵਿੱਚ ਅਸੀਂ ਬੱਚੇ ਦੀ ਆਵਸ਼ਕਤਾ ਜਾਂ ਬੱਚੇ ਦੀ ਨੀਡ ਨੂੰ ਦੇਖ ਕੇ ਆਪਣੇ ਮੈਥਡ ਜਾਂ ਆਪਣੀ ਸਟ੍ਰੈਟਜੀਜ਼ ਚੇਂਜ ਕਰ ਲੈਂਦੇ ਆ। ਉਹਨੂੰ ਅਸੀਂ ਬੋਲਦੇ ਹਾਂ ਚਾਈਲਡ ਸੈਂਟਰ ਅਪਰੋਚ, ਜਿਹਦੇ ਵਿੱਚ ਟੀਚਰ ਹੀ ਮੇਨ ਬੋਸ ਬਣ ਜਾਂਦਾ ਹੈ। ਆਪਣੀ ਜਿਹੜੀ ਮਤਲਬ ਕਹਿ ਸਕਦੇ ਇੰਸਟਰਕਸ਼ਨਸ ਨੇ ਹਰ ਇੱਕ ਬੱਚੇ ਉੱਤੇ ਥੋਪਣ ਦੀ ਕੋਸ਼ਿਸ਼ ਕਰਦਾ ਹੈ, ਉਹ ਸਾਡੇ ਵਾਸਤੇ ਬਣ ਜਾਂਦੇ ਟੀਚਰ ਸੈਂਟਰ ਅਪਰੋਚ। ਲੇਕਿਨ ਕੁਐਸਚਨ 'ਚ ਪੁੱਛਿਆ ਕੀ ਗਿਆ, ਬੱਚੇ ਦੇ ਅਕੋਰਡਿੰਗ ਤੁਸੀਂ ਆਪਣੇ ਆਪ ਨੂੰ ਕੀ ਕਰੋਗੇ, ਚੇਂਜ ਕਰੋਗੇ। ਮਤਲਬ ਬੱਚਾ ਹੀ ਪ੍ਰਮੁੱਖ ਹੈ, ਬੱਚਾ ਹੀ ਮਿਡ ਦੇ ਵਿੱਚ ਹੈ, ਤਾਂ ਓਬਵੀਅਸ ਹੈ ਸਾਡੇ ਵਾਸਤੇ ਆਪਸ਼ਨ ਦੇ ਵਿੱਚ ਦਿੱਤੀ ਹੋਈ ਆਪਸ਼ਨ ਇੱਕੋ ਹੀ ਸਿਲੈਕਟ ਕਰੂੰਗਾ ਇਹਦੇ ਵਿੱਚ ਮੈਂ। ਉਹ ਸਾਡੇ ਵਾਸਤੇ ਕਿਹੜੀ ਹੈ, ਪੀਪਲ ਸੈਂਟਰ ਐਜੂਕੇਸ਼ਨ, ਜਿਹਦੇ ਵਿੱਚ ਬੱਚੇ ਨੂੰ ਸੈਂਟਰ ਰੱਖਿਆ ਜਾਊਗਾ। ਉਹਦੀ ਨੀਡਸ ਅਕੋਰਡਿੰਗ ਟੀਚਰ ਕੀ ਕਰੂਗਾ, ਆਪਣੀ ਇੰਸਟਰਕਸ਼ਨ ਨੂੰ ਕੀ ਕਰੂਗਾ, ਚੇਂਜ ਕਰੂਗਾ। ਤਾਂ ਸੀ ਆਪਸ਼ਨ ਸਾਡੇ ਵਾਸਤੇ ਰਾਈਟ ਆਪਸ਼ਨ ਆਊਗੀ ਇਸ ਕੁਐਸਚਨ ਨੂੰ ਲੈ ਕੇ। ਇਹ ਵੀ ਧਿਆਨ ਰੱਖਣਾ, ਕੁਐਸਚਨ ਇੰਪੋਰਟੈਂਟ ਜ਼ਰੂਰ ਨੇ ਬਟ ਬਹੁਤ ਜ਼ਿਆਦਾ ਈਜ਼ੀ ਨੇ ਫਿਲਹਾਲ। ਨੈਕਸਟ ਆਓ ਕੁਐਸਚਨ ਨੰਬਰ 7 ਦੇ ਵਿੱਚ। 7th ਕੁਐਸਚਨ ਕਹਿੰਦਾ ਕੀ ਹੈ, ਮੋਰੋਨ ਹੈਵ ਅ IQ ਲੈਵਲ। ਅਗਰ ਤੁਹਾਨੂੰ ਫਿਲਹਾਲ ਨੋਟਸ ਚੈੱਕ ਵੀ ਕੀਤੇ ਹੋਣਗੇ ਔਰ ਕਈ ਜਗ੍ਹਾ ਤੇ ਕਿਸ ਸੈਂਟਰ ਦੇ ਵਿੱਚ ਜੁਆਇਨ ਵੀ ਕੀਤਾ ਹੋਊ ਜਾਂ ਕੋਈ YouTube ਚੈਨਲ ਵੀ ਦੇਖਿਆ ਹੋਊਗਾ
ਤਾਂ ਮੇਰੇ ਦੁਆਰਾ ਜਿਹੜੇ ਨੋਟਸ ਦਿੱਤੇ ਗਏ ਸੀਗੇ ਫਿਲਹਾਲ ਜਾਂ ਬਾਲ ਐਜੂਕੇਸ਼ਨ ਪੁਆਇੰਟ ਦੇ ਕੰਨੀ ਦਿੱਤੇ ਹੋਏ ਨੋਟ ਜਿਹੜੇ ਹੈਗੇ ਸੀ ਉਸ 'ਚ ਬਹੁਤ ਬੜਾ ਸਾਰਾ ਟੇਬਲ ਬਣਵਾਇਆ ਸੀ IQ ਦਾ, ਜਿਸ 'ਚ ਬੱਚੇ ਦੇ ਰੇਟ ਦਿੱਤੇ ਗਏ ਸੀ ਕਿ ਆਹ ਬੱਚਾ ਆਹ ਲੈਵਲ ਦੇ ਅਕੋਰਡਿੰਗ ਹੋਊਗਾ, ਆਹ ਬੱਚਾ ਇਹ ਲੈਵਲ ਦੇ ਅਕੋਰਡਿੰਗ ਹੋਊਗਾ। ਨਾਮ ਨਹੀਂ ਭੁੱਲਿਆ ਜਾ ਸਕਦਾ ਤੁਹਾਡਾ ਆਪਣਾ ਲੇਵਿਸ ਟਰਮਨ ਦਾ, ਫਿਲਹਾਲ ਇਹ ਵੀ ਤੁਹਾਨੂੰ ਨਾਮ ਯਾਦ ਹੋਣਾ ਚਾਹੀਦਾ। ਲੇਵਿਸ ਟਰਮਨ ਦੁਆਰਾ IQ ਲੈਵਲ ਦਾ ਇੱਕ ਚਾਰਟ ਦਿੱਤਾ ਗਿਆ, ਫਿਲਹਾਲ ਇਹ ਵੀ ਚੈੱਕ ਕਰ ਸਕਦੇ ਹੋ। ਕੁਐਸਚਨ ਦੇ ਕੁਝ ਅਕੋਰਡਿੰਗ ਪੁੱਛਿਆ ਗਿਆ ਕਿ ਮੋਰਨ ਦਾ ਜਿਹੜਾ IQ ਲੈਵਲ ਹੋਊਗਾ ਕਿੰਨੇ ਰੇਟ ਦੇ ਅਕੋਰਡਿੰਗ ਜਾਂ ਕਿੰਨੇ ਰੇਟਿੰਗ ਦੇ ਅਕੋਰਡਿੰਗ ਹੋ ਸਕਦਾ ਹੈ। ਤਾਂ ਆਪਸ਼ਨ ਇੱਕੋ ਹੀ ਦਿੱਤੀ ਹੋਈ ਹੈ ਸਾਡੀ ਆਪਣੀ ਉਸ ਟੇਬਲ ਦੇ ਅਕੋਰਡਿੰਗ 51 ਤੋਂ ਲੈ ਕੇ 71 ਤੱਕ ਦੀ ਗੱਲ ਕੀਤੀ ਹੈ, ਯਾਨੀ ਕਿ ਜਿਹੜਾ ਆਨਸਰ ਦੇ ਵਿੱਚ ਪੁਆਇੰਟ ਦਿੱਤਾ ਹੋਇਆ ਉਹ ਸਾਡੇ ਵਾਸਤੇ ਆਪਸ਼ਨ ਨੰਬਰ ਬਣੂਗੀ A ਆਪਸ਼ਨ। ਇਹ ਵੀ ਧਿਆਨ ਰੱਖਣਾ, ਠੀਕ ਹੈ। ਨੈਕਸਟ ਆਓ ਕੁਐਸਚਨ ਨੰਬਰ 9th ਕੁਐਸਚਨ, ਆਈ ਮੀਨ ਟੂ ਸੇ ਇਸ ਚੀਜ਼ ਦੀ ਗੱਲ ਕਰ ਰਿਹਾ। ਕੁਐਸਚਨ ਨੰਬਰ 8 ਦੇ ਵਿੱਚ ਦੀ ਇਨਸਾਈਟ ਥਿਊਰੀ, ਵੈਸੇ ਤਾਂ CTP ਨੂੰ ਲੈ ਕੇ ਅਗਰ ਗੱਲ ਕੀਤੀ ਜਾਵੇ ਤਾਂ ਉਸ ਦੇ ਸਿਲੇਬਸ ਵਿੱਚ ਸਿਰਫ 3 ਥਿਊਰੀਜ਼ ਹੀ ਦਿੱਤੀ ਹੋਈਆਂ ਨੇ, ਵਿਗੋਸਕੀ, ਪਿਆਜੇ ਔਰ ਤੁਹਾਡੇ ਆਪਣਾ ਪੈਵਲੋਵ ਦੀ ਥਿਊਰੀ ਆਪਾਂ ਕੀਤੀ ਹੈ। ਫਿਲਹਾਲ ਮੇਨਲੀ ਉਸ 'ਚ ਥੰਡਰਾਈਟ ਦੀ ਥਿਊਰੀ ਦਿੱਤੀ ਹੋਈ ਹੈ, ਲੇਕਿਨ ਕਾਫੀ ਸਾਰੀ ਥਿਊਰੀਜ਼ ਕੀਤੀ ਹੋਈਆਂ ਨੇ ਤੇ ਧਿਆਨ ਰੱਖਣਾ ਹਰੇਕ ਚੀਜ਼ ਨੂੰ ਥੋਰਲੀ ਪੜ੍ਹ ਕੇ ਜਾਣਾ ਹੈ। ਇਨਸਾਈਟ ਥਿਊਰੀ ਤੁਹਾਨੂੰ ਸਭ ਨੂੰ ਪਤਾ ਹੈ ਇੱਕ ਚਿਪੈਂਜੀ ਉੱਤੇ ਸੀਗੀ, ਠੀਕ ਹੈ, ਜੋ ਬਨਾਨਾ ਫਿਲਹਾਲ ਜੋ ਉੱਪਰ ਜਿਹੜੇ ਬਨਾਨਾ ਛੱਤ ਉੱਤੇ ਲਟਕੇ ਹੋਏ ਸੀ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਤੇ ਜਿਹੜੀ ਥਿਊਰੀ ਕਿਹਦੇ ਦੁਆਰਾ ਦਿੱਤੀ ਗਈ, ਤੁਹਾਡੇ ਆਪਣੇ ਕੋਲਰ ਦੁਆਰਾ ਦਿੱਤੀ ਗਈ ਸੀ। ਨਾਮ ਯਾਦ ਰੱਖਣਾ, ਕੁਐਸਚਨ ਦੇ ਵਿੱਚ ਕੁਝ ਵੀ ਨਹੀਂ ਦਿੱਤਾ ਹੁੰਦਾ, ਕਈ ਵਾਰ ਮੈਚ ਦੀ ਕਾਲਮ ਵੀ ਆ ਜਾਂਦੇ ਨੇ, ਤਾਂ D ਆਪਸ਼ਨ ਸਾਡੇ ਵਾਸਤੇ ਰਾਈਟ ਮੰਨੀ ਜਾਊਗੀ, ਕੋਲਰ, ਠੀਕ ਹੈ। ਇਨਸਾਈਟ ਥਿਊਰੀ ਕੋਲਰ ਦੁਆਰਾ ਦਿੱਤੀ ਗਈ ਸੀ। ਨੈਕਸਟ ਆਓ ਕੁਐਸਚਨ ਨੰਬਰ 9 ਦੀ ਗੱਲ ਕਰੀਏ। 9 ਵਿੱਚ ਕੀ ਕਹਿੰਦਾ ਹੈ, ਇਨ ਦਾ ਟ੍ਰਾਇਲ ਐਂਡ ਐਰਰ ਥਿਊਰੀ, ਨਾਮ ਤੋਂ ਪਤਾ ਲੱਗ ਗਿਆ ਇਹਦੇ 'ਚ ਗੱਲ ਕੀਤੀ ਜਾਂਦੀ ਹੈ ਤੁਹਾਡੇ ਆਪਣੇ ਵਾਰ-ਵਾਰ ਅਭਿਆਸ ਕਰਨ ਤੋਂ ਬਾਅਦ ਜਿਹੜਾ ਰਿਐਕਸ਼ਨ ਆਊਗਾ ਜਾਂ ਕੋਜ਼ ਆਊਗਾ ਉਸ ਚੀਜ਼ ਨੂੰ ਅਸੀਂ ਕੀ ਬੋਲਾਂਗੇ। ਇਨ ਦਾ ਟ੍ਰਾਇਲ ਐਂਡ ਐਰਰ ਥਿਊਰੀ ਆਫ ਦੀ ਲਰਨਿੰਗ, ਇਹਨੂੰ ਅਸੀਂ ਕੀ ਬੋਲਦੇ ਹਾਂ, ਲਾਅ ਆਫ ਇਫੈਕਟ ਵੀ ਬੋਲਦੇ ਹਾਂ। ਇਸ ਤੋਂ ਪਹਿਲਾਂ ਆਪਾਂ ਪੜ੍ਹ ਕੇ ਸੀ ਫਸਟ ਕੁਐਸਚਨ 'ਚ ਲਾਅ ਆਫ ਐਕਸਰਸਾਈਜ਼ ਦੀ ਗੱਲ ਕੀਤੀ ਸੀ, ਹੁਣ ਗੱਲ ਕਰਦੇ ਵੀ ਹਾਂ ਕਿ ਲਾਅ ਆਫ ਇਫੈਕਟ ਕੀ ਹੋਊਗਾ। ਤੇ ਧਿਆਨ ਰੱਖਿਓ ਥੰਡਰਾਈਟ ਨੇ ਇਸ ਚੀਜ਼ ਦੀ ਗੱਲ ਕੀਤੀ ਸੀ, ਲਾਅ ਆਫ ਇਫੈਕਟ ਗੱਲ ਕਰੂਗਾ ਕਿ ਉਹ ਚੀਜ਼ ਅਸੀਂ ਬਾਰ-ਬਾਰ ਕਰਾਂਗੇ ਜੀ ਤੋਂ ਸਾਨੂੰ ਖੁਸ਼ੀ ਮਿਲੂਗੀ, ਉਸ ਚੀਜ਼ ਨੂੰ ਅਸੀਂ ਅਵੋਇਡ ਕਰਾਂਗੇ ਜੋ ਸਾਨੂੰ ਪਨਿਸ਼ਮੈਂਟ ਦਊਗਾ। ਮਤਲਬ ਇਹਨਾਂ ਨੇ ਸਿੱਧੀ ਤੌਰ ਤੇ ਰੀਫੋਰਸਮੈਂਟ ਬਾਰੇ ਕੁਝ ਨਹੀਂ ਕਿਹਾ, ਇਹਨਾਂ ਨੇ ਗੱਲ ਕੀਤੀ ਸੀ ਅੱਛੇ ਕੰਮ ਵਾਲੇ ਰਿਵਾਰਡ ਮਿਲੂਗਾ ਔਰ ਬੁਰੇ ਕੰਮ ਵਾਲੇ ਕੀ ਮਿਲੂਗਾ, ਪੇਨ ਮਿਲੂਗਾ ਜਾਂ ਪਨਿਸ਼ਮੈਂਟ ਮਿਲੂਗੀ। ਤਾਂ ਬਾਕੀ ਸਾਰੀ ਚੀਜ਼ਾਂ ਸਹੀ ਹੋਣਗੇ ਆਪਣੇ ਆਪ ਦੇ ਵਿੱਚ, ਲੇਕਿਨ ਆਪਸ਼ਨਾਂ ਦੇ ਅਕੋਰਡਿੰਗ ਮੈਂ ਇੱਕੋ ਹੀ ਆਨਸਰ ਨੂੰ ਕਲਿੱਕ ਕਰੂੰਗਾ ਇਹਦੇ ਵਾਸਤੇ, ਲਾਅ ਆਫ ਪਲੇਜ਼ਰ ਐਂਡ ਦੀ ਪੇਨ ਨੂੰ। B ਆਪਸ਼ਨ ਇਹਦਾ ਕੀ ਅਪਣਾਊਗਾ, ਰਾਈਟ ਆਨਸਰ ਆਊਗਾ ਕਿ ਜਦੋਂ ਅਸੀਂ ਲਾਅ ਆਫ ਇਫੈਕਟ ਦੀ ਗੱਲ ਕਰਦੇ ਹਾਂ ਤਾਂ ਉਹ ਤੋਂ ਨਿਕਲ ਕੇ ਇੱਕੋ ਹੀ ਚੀਜ਼ ਬਾਹਰ ਆਊਗੀ, ਅੱਛੇ ਬਦਲੇ ਅੱਛਾ ਔਰ ਬੁਰੇ ਬਦਲੇ ਕੀ ਆਊਗਾ, ਬੁਰਾ ਰੱਖਿਆ ਜਾਊਗਾ, ਲਾਅ ਆਫ ਇਫੈਕਟ ਦੇ ਅਕੋਰਡਿੰਗ। ਨੈਕਸਟ ਆਓ ਅਗਲਾ ਕੁਐਸਚਨ ਨੰਬਰ 10th ਇੰਪੋਰਟੈਂਟ ਕੁਐਸਚਨ ਹੈ, ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਵੈਨ ਅ ਪ੍ਰੋਬਲਮ ਇਜ਼ ਸੀਨ ਹੈਵਿੰਗ ਅ ਓਨਲੀ ਵਨ ਆਨਸਰ, ਜਦੋਂ ਇੱਕ ਪ੍ਰੋਬਲਮ ਨੂੰ ਦੇਖਿਆ ਜਾਂਦਾ ਹੈ ਉਸ ਨੂੰ ਦੇਖਣ ਤੋਂ ਬਾਅਦ ਜਿਹਦਾ ਆਨਸਰ ਵੀ ਇੱਕੋ ਹੀ ਨਿਕਲੇਗਾ, ਠੀਕ ਹੈ, ਕੁਛ ਮਰਜ਼ੀ ਥਿੰਕਿੰਗ ਲਗਾ ਲਓ, ਇਹਦੇ ਵਾਸਤੇ ਇੱਕੋ ਹੀ ਆਨਸਰ ਬਣਿਆ ਹੋਇਆ ਹੈ। ਲਾਈਕ ਮੈਂ ਐਗਜ਼ਾਮਪਲ ਤੁਹਾਨੂੰ ਬਹੁਤ ਵਾਰੀ ਦੱਸੀ ਹੋਈ ਹੈ, ਲਾਈਕ ਤੁਹਾਡੇ ਸਾਹਮਣੇ ਇੱਕ ਟ੍ਰਾਇੰਗਲ ਹੈ, ਟ੍ਰਾਇੰਗਲ ਦਾ ਏਰੀਆ ਫਾਈਂਡ ਆਊਟ ਕਰਨਾ ਹੈ ਤਾਂ ਤੁਹਾਨੂੰ ਸਭ ਨੂੰ ਇੱਕੋ ਹੀ ਫਾਰਮੂਲਾ ਯਾਦ ਆਊਗਾ ਕਿ ਇਹਦਾ ਜਿਹੜਾ ਫਾਰਮੂਲਾ ਹੁੰਦਾ ਸੀਗਾ ਏਰੀਆ ਕੱਢਣ ਦਾ, ਹਾਫ ਇੰਟੂ ਬੇਸ ਇੰਟੂ ਕੀ ਹੁੰਦਾ ਸੀਗਾ, ਹਾਈਟ ਹੁੰਦਾ ਸੀ। ਮਤਲਬ ਸਾਰੇ ਬੱਚੇ ਨੇ ਇੱਕੋ ਹੀ ਥਿੰਕਿੰਗ ਨਾਲ ਆਨਸਰ ਮੇਕ ਆਊਟ ਕੀਤਾ, ਇੱਕੋ ਹੀ ਥਿੰਕਿੰਗ ਸਾਡੇ ਵਾਸਤੇ ਇੱਕੋ ਹੀ ਫਾਰਮੂਲਾ ਹੈ ਟ੍ਰਾਇੰਗਲ ਨੂੰ ਕੱਢਣ ਦਾ। ਤਾਂ ਉਸ ਥਿੰਕਿੰਗ ਨੂੰ ਅਸੀਂ ਕਿਹੜੀ ਥਿੰਕਿੰਗ ਬੋਲਦੇ ਹਾਂ, ਉਹ ਸਾਡੇ ਵਾਸਤੇ ਆਊਗੀ ਕਨਵਰਜੈਂਟ ਥਿੰਕਿੰਗ। ਜਦੋਂ ਇੱਕੋ ਹੀ ਕੁਐਸਚਨ ਦਾ ਇੱਕੋ ਹੀ ਆਨਸਰ ਨਿਕਲੂਗਾ ਜਾਂ ਇੱਕੋ ਹੀ ਕੁਐਸਚਨ ਦੇ ਅਕੋਰਡਿੰਗ ਅਸੀਂ ਇੱਕੋ ਹੀ ਆਨਸਰ ਬਣਾ ਸਕਦੇ ਹਾਂ, ਉਸ ਥਿੰਕਿੰਗ ਨੂੰ ਅਸੀਂ ਕੀ ਬੋਲਦੇ ਹਾਂ, ਕਨਵਰਜੈਂਟ ਥਿੰਕਿੰਗ। ਇਹਦੇ ਨਾਲ ਦੀ ਦੂਸਰੀ ਆਪਸ਼ਨ ਵੀ ਦਿੱਤੀ ਹੋਈ ਹੈ ਡਾਇਵਰਜੈਂਟ ਥਿੰਕਿੰਗ, ਜੋ C 'ਚ ਮਿਲੂਗਾ, ਉਹ ਸਾਡੇ ਵਾਸਤੇ ਹੁੰਦੀ ਹੈ ਮਲਟੀਪਲ ਥਿੰਕਿੰਗ। ਜਦੋਂ ਇੱਕੋ ਹੀ ਪ੍ਰੋਬਲਮ ਦੇ ਡਿਫਰੈਂਟ ਆਨਸਰ ਕੱਢੇ ਜਾਂਦੇ ਨੇ, ਆਨਸਰ ਹੁੰਦਾ ਇੱਕੋ ਹੀ ਹੈ ਲੇਕਿਨ ਆਨਸਰ ਹੋਰ ਤਰੀਕੇ ਨਾਲ ਕੱਢੇ ਜਾਂਦੇ ਨੇ, ਉਹਨੂੰ ਅਸੀਂ ਕੀ ਬੋਲਦੇ ਹਾਂ, ਡਾਇਵਰਜੈਂਟ ਥਿੰਕਿੰਗ। ਲੇਕਿਨ ਇਹਦੇ ਵਾਸਤੇ ਇੱਕੋ ਹੀ ਆਨਸਰ ਆਊਗਾ, ਦੈਟਸ ਕੋਲਡ ਕਨਵਰਜੈਂਟ ਥਿੰਕਿੰਗ। ਇੱਕੋ ਹੀ ਥਿੰਕਿੰਗ ਮੇਕ ਆਊਟ ਕੀਤੀ ਜਾਂਦੀ ਹੈ ਹਰੇਕ ਚੀਜ਼ ਪ੍ਰੋਬਲਮ ਨੂੰ ਦੇਖਣ ਦੇ ਵਾਸਤੇ, ਠੀਕ ਹੈ ਜੀ। ਨੈਕਸਟ ਆਓ ਕੁਐਸਚਨ ਨੰਬਰ 11 ਦੀ ਗੱਲ ਕਰਦੇ ਹਾਂ। The people with whom a person identifies strongly is called, मतलब ਇਹ 'ਚ ਗੱਲ ਕੀਤੀ ਗਈ ਹੈ ਕਿ ਉਹ ਬੰਦਾ ਜੋ ਆਪਣੇ ਆਪ ਨੂੰ ਆਇਡੈਂਟੀਫਾਈ ਕਰਦਾ ਕਿ ਮੈਂ ਬਹੁਤ ਜ਼ਿਆਦਾ ਕੀ ਹਾਂ ਬਾਕੀਆਂ ਨਾਲੋਂ ਸਟਰੋਂਗ ਹਾਂ, ਉਹ ਕਿਸ ਚੀਜ਼ ਦੀ ਗੱਲ ਕਰੂਗਾ। ਫਿਲਹਾਲ ਐਟਮੋਸਫੀਅਰ ਉੱਤੇ ਮਿਲਦਾ ਜੁਲਦਾ ਕੁਐਸਚਨ ਹੈ ਜਿਸ 'ਚ ਗਰੁੱਪ ਦੀ ਗੱਲ ਕੀਤੀ ਗਈ ਹੈ। ਫਿਲਹਾਲ ਤਾਂ ਕੁਐਸਚਨ ਪੜ੍ਹ ਲੈਣੇ ਆ, ਕੁਐਸਚਨ ਦੇ ਅਕੋਰਡਿੰਗ ਆਨਸਰ ਦੇਖ ਲੈਣੇ ਆ, ਲੇਕਿਨ ਫਿਰ ਵੀ ਕਨਫਿਊਜ਼ਿੰਗ ਕੁਐਸਚਨ ਸੀਗਾ
ਤੇ ਧਿਆਨ ਰੱਖਿਓ ਆਇਡੈਂਟੀਫਾਈ ਕਰਦਾ ਸਟਰੋਂਗਲੀ ਦੀ, ਬਾਕੀ ਨਾਲੋਂ ਆਪਣੇ ਆਪ ਨੂੰ ਕੀ ਸਮਝਦਾ, ਸਟਰੋਂਗ ਸਮਝਦਾ। ਕੰਪੈਰੀਜ਼ਨ ਦੀ ਗੱਲ ਕੀਤੀ ਗਈ ਹੈ ਤਾਂ ਆਪਸ਼ਨ ਚੈੱਕ ਕਰ ਲਓ ਕੀ ਆਊਗਾ ਇਹਦੇ ਵਿੱਚ। ਆਪਸ਼ਨ ਦਿੱਤੀ ਹੋਈ ਹੈ ਇਨ ਗਰੁੱਪ, ਬੀ ਆਪਸ਼ਨ ਦਿੱਤੀ ਵੀ ਆਊਟ ਗਰੁੱਪ, ਸੀ ਆਪਸ਼ਨ ਦਿੱਤੀ ਗਈ ਰੈਫਰੈਂਟ ਗਰੁੱਪ और डी ऑप्शन साढ़े वास्ते दैम ग्रुप कोई गल नहीं करता इस चीज़ की, ठीक है, उन्होंने समूह की या किसी चीज़ की। तो ऑप्शन साढ़े वास्ते एक ही आऊगी जो कंपैरिजन की गल करती जाती है अपने आप को लैके दूजे के नाल, तो बच्चा वो तो ग्रुप की गल करूगा कि मैं ही ज़्यादा स्ट्रोंग हाँ, तो अपने ग्रुप की गल करूगा। ऑप्शन नंबर ए दे वास्ते राइट आंसर होगी ए ग्रुप, ठीक है, ए मतलब इन ग्रुप की गल की गई है। हुण नैक्सट आओ क्वेश्चन नंबर 11 तो बाद 12वें क्वेश्चन की गल करते हैं, जो एक गल कर रहे क्वेश्चन के उत्ते कि बच्चे की कंस्ट्रक्शनिज्म किस तरह की थ्योरी उत्ते फोकस करती है, मतलब कंस्ट्रक्शनिज्म किस चीज़ से मेनली गल करती है। तो तुहानूं पता होना चाहिए बच्चा लर्निंग वाला होना चाहिए, ठीक है, खुद बच्चा एक्टिविटी को कंस्ट्रक्ट करूगा तां ही कंस्ट्रक्शनिज्म होनी चाहिए है, ठीक है, कंस्ट्रक्शनिज्म होनी जरूरी है। तो ऑप्शन फिलहाल चेक कर लेने किहड़ी ऑप्शन दी हुई है। द रोल ऑफ टीचर इन द लर्निंग, नो, ये तो कभी गल ही नहीं हुई, बच्चा खुद करूगा, खुद लर्निंग कंस्ट्रक्ट करूगा, इस चीज़ की गल की गई सी। बी ऑप्शन है मैमोराइजिंग इन्फॉर्मेशन एंड टेस्टिंग थ्रू द रिकॉल, नो, कंस्ट्रक्शन मतलब एक्टिविटी दी है, ठीक है, ध्यान रखियो जी। सी ऑप्शन द रोल ऑफ इमिटेशन इंक्वायरिंग नॉलेज, स्टार्टिंग दे विच हो सकता है लेकिन हर बारी नहीं हो सकता, ध्यान रखना, ठीक है। तो ऑप्शन सारे ही गलत ने, ए बी सी, तो ऑप्शन एक ही सही है साडे वास्ते, नन ऑफ दीज। कई बार इस तरह की ऑप्शन भी आ जाती है, सानू सारी चीज़ां देखनी पैणगियां, तो डी ऑप्शन साडे वास्ते राइट आंसर बनूगा नन ऑफ दीज, तिन्नां च कोई भी नहीं हैगी इहदे विचों, ठीक है जी। नैक्सट आओ क्वेश्चन नंबर 13 की गल करिए। क्वेश्चन नंबर 13 की कहती है, इट इज़ एक्सैप्टेड व्यू दैट फीमेल कैन बी बैटर टीचर्स, जिहड़ी फीमेल जेंडर हुंदे ने काफ़ी अच्छी टीचर्स बन सकदियां ने, एक्सैप्ट किया गया है। स्पैशली किहड़ी स्कूल दे विच या किहड़े लैवल तक की गल की गई है, प्राइमरी स्कूल लैवल तक की गई है। इसका रीजन की है, मेनली कारण की है, क्योंकि जी एक फीमेल जेंडर होंगी है ना, वो काफ़ी सारे रोल दे सकती है। घर तो वही एक मदर है, ठीक है, वही स्कूल के टीचर है, ट्यूशन से देखे तो ट्यूशन टीचर है, ठीक है। तो एक ही लैवल से देखा जाए तो लैवल एक ही है प्राइमरी स्कूल लैवल, लेकिन जो टीचर के रोल साढ़े वास्ते स्कूल पॉइंट के उत्ते बनते हैं और मल्टीपल रोल बनते हैं। तो ऑप्शन के अकॉर्डिंग फिलहाल आप चेक कर लेना कि चीज़ दी हुई है। ए ऑप्शन कहती कि ये दे कैन बी बैटर इन द स्ट्रैसफुल सिचुएशन की तो कोई गल ही नहीं की गई स्कूल में लैके। दे आर रेडी टू वर्क ऑन द लोअर सैलरी की गल की गई है, तो काम भी बहुत सारे होंगे ने, ठीक है। दे आर ग्रेटर नीड टू बी अर्न मोर दैन द लाइवलीहुड, नो, इस चीज़ में लैके देखा जाए तो CDP च तीनों ऑप्शन नहीं गल करती। तो डी ऑप्शन कहती की है दे आर मोर, मतलब वो काफ़ी ज़्यादा एप्रोप्रिएट होंगे ने टू परफॉर्म द मल्टीपल रोल। एक रोल दे विच इको ही लड़की या फीमेल जेंडर काफ़ी सारे रोल परफॉर्म कर सकती है, और बस वो चीज़ें फ्लैक्सीबल भी होंदियां ने। वही मदर है, वही स्कूल दे विच टीचर है, वही ट्यूशन उत्ते टीचर है, ठीक है, मतलब बच्चे नूं ते समझ भी आ जाती है भी किहड़ा रोल मैंने कदों पे करना है, या मदर नूं पता लग जाता है किहड़े रोल दे विच मैं बच्चे नूं ट्रीट करना है। तो प्राइमरी स्कूल लैवल की गल की गई है, तो डी ऑप्शन साढ़े वास्ते राइट बनूगा, क्योंकि एक मदर ही है या फिर एक फीमेल जेंडर ही है जो डिफरेंट रोल की कर सकती है, ये एक टाइम के उत्ते परफॉर्म कर सकती है। डी ऑप्शन राइट आंसर आऊगी क्वेश्चन नंबर 13 लैके, ठीक है। नैक्सट आओ क्वेश्चन नंबर 14 इंपोर्टेंट क्वेश्चन है, ध्यान नाल पढ़न की कोशिश देखियो की कहंदे दे विच। इफ अ चाइल्ड राइट 16 एज अ 61, लिखना सी 16, लिख दिता 61 एंड गैट कन्फ्यूज बिटवीन, किहदे विच कन्फ्यूज हुंदा है, एक अल्फाबैटिक दे विचों बी अल्फाबैट के उत्ते और एक डी अल्फाबैट के उत्ते। बी बोलिया गया है कि डी बोलिया गया है, बी लिखना है या डी लिखना है, ठीक है, उहदे विच बच्चा कन्फ्यूज हो जाता है। तो इस ऑप्शन में असीं किहड़ी ऑप्शन कह सकते हैं, यह केस किस तरह का होएगा। कारण यही है कि बच्चे नूं लर्निंग डिसेबिलिटी है, देख तो ठीक तरह रहा है लेकिन बच्चे को चंगी तरह नहीं पता कि 16 लिखा या 61 लिखा, बी बोलिया गया कि डी बोलिया गया, इतने लर्निंग डिसेबिलिटी दी है। तो ऑप्शन फिलहाल चेक कर लेने की ऑप्शन दी हुई है। तो ऑप्शन दी है विजुअल इंपेयरमेंट, देखने के प्रॉब्लम है, देख तो चंगे तरीके नाल रहा है लेकिन बोलन के और लिखन च प्रॉब्लम भी हो सकती है। बी पॉइंट है मेंटल इंपेयरमेंट। सी ऑप्शन साडे वास्ते लर्निंग डिसेबिलिटी। मैं तुहानूं कह चुकिया सीगा कि बच्चे की सीखण की योग्यता दे विच कमी है, बच्चा सीख नहीं प्रॉपर तरीके नाल रहा, बाकी सारा कुछ सही है
ठीक है। लेकिन बच्चे ਨੂੰ प्रॉब्लम ਕਿਹਦੇ ਵਿੱਚ ਆਉਂਦੀ ਹੈ, ਬੱਚੇ ਨੂੰ ਲਰਨਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਤਾਂ ਇਹਦੇ ਵਾਸਤੇ ਜਿਹੜਾ ਆਨਸਰ ਬਣੂਗਾ ਤੁਹਾਡੇ ਵਾਸਤੇ ਉਹ ਸੀ ਆਪਸ਼ਨ ਬਣੇਗੀ। 16 ਨੂੰ 61 ਲਿਖ ਰਿਹਾ, ਬੀ ਲਿਖਣਾ ਕਿ ਡੀ ਲਿਖਣਾ ਉਹਦੇ ਵਿੱਚ ਕਨਫਿਊਜ਼ਡ ਹੈ, ਤੇ ਇਸ ਨੂੰ ਅਸੀਂ ਕਿਹੜੀ ਡਿਸੇਬਿਲਿਟੀ ਬੋਲਾਂਗੇ, ਲਰਨਿੰਗ ਡਿਸੇਬਿਲਿਟੀ ਬੋਲਾਂਗੇ। क्वेश्चन नंबर 14 ਦਾ ਸੀ ਆਪਸ਼ਨ ਆਏਗਾ ਤੁਹਾਡੇ ਵਾਸਤੇ। ਨੈਕਸਟ ਆਓ क्वेश्चन नंबर 15 ਦੀ ਗੱਲ ਕਰਦੇ ਆ। ਵਿਚ ਆਫ ਵਨ ਅਮੰਗ ਦੀ ਫੋਲੋਇੰਗ ਸਾਈਕੋਲੋਜਿਸਟ, ਨੀਚੇ ਦਿੱਤੇ ਕੁਝ ਸਾਈਕੋਲੋਜਿਸਟ ਦਿੱਤੇ ਹੋਏ ਨੇ, ਉਹਨਾਂ ਨੇ ਐਕਸਪਲੇਨ ਕੀਤਾ ਸੀ ਕਿਹਨਾਂ ਨੂੰ, ਇੰਟੈਲੀਜੈਂਸੀ ਨੂੰ, ਕਾਹਦੇ ਵਿੱਚ, ਪ੍ਰਾਇਮਰੀ ਮੈਂਟਲ ਅਬਿਲਿਟੀ ਦੇ ਵਿੱਚ। ਹੁਣ ਤੁਹਾਨੂੰ ਸਭ ਨੂੰ ਪਤਾ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਪ੍ਰਾਇਮਰੀ ਮੈਂਟਲ ਅਬਿਲਿਟੀ ਦੀ ਤਾਂ ਉਹਦੇ ਵਾਸਤੇ ਇੱਕੋ ਹੀ ਬੰਦੇ ਦਾ ਨਾਮ ਯਾਦ ਆਉਂਦਾ ਜਿਹਨੂੰ ਮੈਂ ਸ਼ੋਰਟ ਫਾਰਮ ਦੇ ਨਾਲ ਵੀ ਤੁਹਾਨੂੰ ਕੰਸਟਰਕਟ ਕੀਤਾ ਸੀ, ਤਾਂ ਉਹਦਾ ਨਾਮ ਥਰਸਟਨ ਹੈ। ਪਰ ਆਪਾਂ ਆਪਸ਼ਨ ਚੈੱਕ ਕਰ ਲੈਣਾ ਕੋਈ ਹੋਰ ਆਪਸ਼ਨ ਤਾਂ ਨਹੀਂ ਬਣਦੀ ਕਿਸੇ ਹੋਰ ਬੰਦੇ ਨੇ ਪ੍ਰਾਇਮਰੀ ਮੈਂਟਲ ਅਬਿਲਿਟੀ ਨੂੰ ਇੰਟੈਲੀਜੈਂਸੀ ਟਰਮ ਸੇ ਡਿਫਾਈਨ ਕੀਤਾ ਹੋਵੇ। ਤੇ ਇਹ ਆਪਸ਼ਨ ਕਹਿੰਦੇ ਥੰਡਰਾਈਟ। ਬੀ ਆਪਸ਼ਨ ਹੈ ਸਪੀਅਰਮੈਨ। ਸਪੀਅਰਮੈਨ ਦੀ ਤਾਂ ਹੁਣ ਇਹਦੇ ਵਿੱਚ ਕੋਈ ਗੱਲ ਹੀ ਨਹੀਂ ਕੀਤੀ ਜਾਂਦੀ, ਉਹਨਾਂ ਨੇ ਕੋਈ ਪ੍ਰਾਇਮਰੀ ਸੈਕੰਡਰੀ ਦੀ ਕੋਈ ਗੱਲ ਹੀ ਨਹੀਂ ਕੀਤੀ ਸੀ। ਗਿਲਫਰਡ ਔਰ ਡੀ ਆਪਸ਼ਨ ਤੁਹਾਡੇ ਵਾਸਤੇ ਥਰਸਟਨ। ਹਾਂ, ਇਹਦੀ ਆਪਸ਼ਨ ਸਾਡੇ ਵਾਸਤੇ ਰਾਈਟ ਆਨਸਰ ਬਣੂਗਾ। ਇਹਦੇ ਵਿੱਚ ਗੱਲ ਕੀਤੀ ਗਈ ਸੀ ਥਰਸਟਨ ਨੇ ਕਿ ਇੱਕ ਜਿਹੜੀ ਤੁਹਾਡੀ ਆਪਣੀ ਪ੍ਰਾਇਮਰੀ ਮਤਲਬ ਇੱਕ ਇੰਟੈਲੀਜੈਂਸੀ ਹੁੰਦੀ ਹੈ, ਠੀਕ ਹੈ, ਕਹਿ ਸਕਦੇ ਕਿ ਬੱਚੇ ਨੂੰ ਜੇ ਅਸੀਂ ਇੱਕ ਤਰੀਕੇ ਦੇ ਨਾਲ ਬੁੱਧੀ ਦੀ ਗੱਲ ਕਰਦੇ ਆ ਤਾਂ ਬੱਚੇ ਦੀ ਮਾਨਸਿਕ ਯੋਗਤਾ ਦੇ ਅਕੋਰਡਿੰਗ ਦੇਣੀ ਚਾਹੀਦੀ ਹੈ। ਤੇ ਗੱਲ ਕਿਹਨਾਂ ਨੇ ਕੀਤੀ, ਤੁਹਾਡੇ ਆਪਣੇ ਥਰਸਟਨ ਨੇ ਗੱਲ ਕੀਤੀ ਸੀ। ਇਹਦੇ ਵਾਸਤੇ ਜਿਹੜੀ ਆਪਸ਼ਨ ਬਣੂਗੀ ਬੇਟੇ ਤੁਹਾਡੇ ਆਪਣੀ ਡੀ ਆਪਸ਼ਨ ਬਣੇਗੀ ਥਰਸਟਨ। ਸਪੈਲਿੰਗ ਧਿਆਨ ਰੱਖਣਾ, ਥੰਡਰਾਈਟ ਥਰਸਟਨ ਚ ਕਨਫਿਊਜ਼ ਨਾ ਹੋ ਜਿਓ, ਠੀਕ ਹੈ ਜੀ। ਨੈਕਸਟ ਆਓ क्वेश्चन नंबर 16 ਦੀ ਗੱਲ ਕਰੀਏ। ਡਿਵੈਲਪਮੈਂਟ ਮੀਨਸ ਅ ਸੀਰੀਜ਼ ਆਫ, ਇੱਥੇ ਸਰਕਲ ਕਰ ਇਸ ਵਰਡ ਨੂੰ, ਸੀਰੀਜ਼ ਆਫ ਪ੍ਰੋਗਰੈਸਿਵ ਚੇਂਜਸ ਦੈਟ ਅਕਰ, ਮਤਲਬ ਇੱਕ ਜਿਹੜੀ ਡਿਵੈਲਪਮੈਂਟ ਹੈ ਉਹ ਗਰੋਥ ਨੂੰ ਲੈ ਕੇ ਚੱਲਦੀ ਹੈ, ਠੀਕ ਹੈ, ਜੋ ਆਪਣੇ ਆਪ ਚ ਪ੍ਰੋਗਰੈਸਿਵ ਹੈ। ਤਾਂ ਕਾਹਦੇ ਕਰਕੇ ਪ੍ਰੋਗਰੈਸਿਵ ਹੈ, ਓਬਵੀਅਸ ਹੈ ਉਹਦਾ ਪ੍ਰੋਗਰੈਸਿਵ ਹੈ ਜੋ ਆਰਡਰਲੀ ਤਰੀਕੇ ਨਾਲ ਚੱਲੂਗੀ, ਸੀਕੁਐਂਸ ਆਰਡਰ ਦੇ ਨਾਲ ਚੱਲੂਗੀ, ਠੀਕ ਹੈ। ਬੱਚੇ ਦੀ ਮੈਚੂਰੇਸ਼ਨ ਨੂੰ ਕੀ ਕਰ ਸਕਦੀ ਹੈ, ਡਿਵੈਲਪ ਕਰ ਸਕਦੀ ਹੈ। ਇਹ ਜਿਹੜੇ ਵਰਡ ਸੀਗੇ ਇਹ ਕਿਹਨਾਂ ਦੁਆਰਾ ਦਿੱਤੇ ਗਏ ਸੀ ਫਿਲਹਾਲ, ਠੀਕ ਹੈ। ਇਟ ਇਜ਼ ਸਟੇਟਡ ਬਾਈ, ਇਹ ਆਪਸ਼ਨ ਦਿੱਤੀ ਵੀ ਹੈ ਸਟਰਵਰਸਨ, ਉਹਨਾਂ ਦੁਆਰਾ ਦਿੱਤੇ ਗਏ ਸੀ, ਜਾਂ ਹਰਲੋਕ ਦੁਆਰਾ ਦਿੱਤੇ ਗਏ ਸੀ। ਸੀ ਪੁਆਇੰਟ ਸਾਡੇ ਵਾਸਤੇ ਪਿਆਜੇ, ਜਾਂ ਡੀ ਪੁਆਇੰਟ ਸਾਡੇ ਵਾਸਤੇ ਆਪਸ਼ਨ ਦਿੱਤੀ ਵੀ ਹੈ ਕਰੋ ਐਂਡ ਕਰੋ। ਤਾਂ ਮੈਂ ਗੱਲ ਕੀਤੀ ਸੀ ਬਹੁਤ ਵਾਰੀ ਨੋਟਸ ਦੇ ਵਿੱਚ ਵੀ ਗੱਲ ਕੀਤੀ ਗਈ ਹੈ, ਜਦੋਂ ਅਸੀਂ ਆਰਡਰ ਦੀ ਗੱਲ ਕਰਦੇ ਹਾਂ ਮਤਲਬ ਕਿ ਬੱਚੇ ਦੇ ਕੋਆਰਡੀਨੇਸ਼ਨ ਦੀ ਗੱਲ ਕਰਦੇ ਹਾਂ, ਕੋਆਰਡੀਨੇਸ਼ਨ ਦੀ ਗੱਲ ਕਰਾਂਗੇ ਓਬਵੀਅਸ ਹੈ ਬੱਚੇ ਦੀ ਪ੍ਰੋਗਰੈਸਿਵ ਐਜੂਕੇਸ਼ਨ ਦੀ ਗੱਲ ਕੀਤੀ ਜਾਊਗੀ। ਜਦੋਂ ਇਹ ਆਰਡਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਚੀਜ਼ ਆਪਣੇ ਆਪ 'ਚ ਕੀ ਹੋ ਜਾਂਦੀ ਹੈ, ਲੋਕ ਹੋ ਜਾਂਦੀ ਹੈ। ਤੇ ਇੱਥੋਂ ਯਾਦ ਰੱਖਿਓ ਹਰਲੋਕ ਦੁਆਰਾ ਵਰਡ ਦਿੱਤੇ ਗਏ ਤੁਹਾਡੇ ਵਾਸਤੇ, ਇਹਦੇ ਵਾਸਤੇ ਇੱਕੋ ਹੀ ਆਪਸ਼ਨ ਸਾਰੇ ਕੁਐਸਚਨ ਨੂੰ ਲੈ ਕੇ ਦਿੱਤੀ ਗਈ ਹੈ, ਦੈਟਸ ਕੋਲ ਬੀ ਆਪਸ਼ਨ। ਜਦੋਂ ਐਕਸਪੀਰੀਅੰਸ ਦੀ ਗੱਲ ਕੀਤੀ ਜਾਂਦੀ ਹੈ ਜਾਂ ਮੈਚੂਰੇਸ਼ਨ ਦੀ ਗੱਲ ਕੀਤੀ ਜਾਂਦੀ ਹੈ, ਹਰਲੋਕ ਇਹਦਾ ਰਾਈਟ ਆਨਸਰ ਆਊਗਾ ਤੁਹਾਡੇ ਵਾਸਤੇ ਬੀ ਆਪਸ਼ਨ, ਠੀਕ ਹੈ ਜੀ। ਨੈਕਸਟ ਆਓ क्वेश्चन नंबर 17 क्वेश्चन द मोस्ट इंपोर्टेंट चैलेंज फॉर द टीचर इज, एक कह सकते कि टीचर वास्ते मोस्ट इंपोर्टेंट चैलेंज की गल की है। मोस्ट मतलब जो बहुत ज़्यादा क्लोजली होएगा टीचर के चैलेंज को लैके, एक ही ऑप्शन सिलेक्ट कर सकते, सारी नहीं हो सकदियां। तो फिलहाल आओ ऑप्शन पढ़ लेना की कहती है। ए ऑप्शन कहता है टू अंडरस्टैंड इंडिविजुअल साइकोलॉजिकल नीड्स ऑफ द स्टूडेंट, एक इंपोर्टेंट चैलेंज ये हो सकता है कि बच्चे की साइकोलॉजिकल नीड्स ਨੂੰ अंडरस्टूड किया जा सके, हो सकता है। बी ऑप्शन कहता कि ये मेंटेन अ गुड डिसिप्लिन इन द क्लास, नो ऐसा कुछ भी नहीं हो सकता। सी ऑप्शन है टू मेक अ टीचिंग लर्निंग प्रोसैस इंजॉयएबल, इंजॉयएबल इत्थे वर्ड गलत लिखा हुआ है, अगर इत्थे लिखा होंदा कि फ्रेंडली तरीके नाल कीती जा सकती है तो ऑप्शन आ सकती सी, लेकिन आ चीज़ मैं हजे गलत समझूंगा क्योंकि ए ऑप्शन मेरे वास्ते हजे राइट पई है इत्थे, ठीक है। नैक्सट आओ डी ऑप्शन कहती की है टू असाइन स्टूडेंट्स गुड होम असाइनमेंट एंड चैक दैम प्रॉपरली, असाइनमेंट सब बाद विच दित्ती जाऊगी लेकिन पहले बच्चे की नीड्स उन्हें फुलफिल किया जाए। तो चैलेंजिंग टास्क के अकॉर्डिंग मैनू एक ही ऑप्शन सही लग रही है इस चीज़ को लैके, ए ऑप्शन, और थोड़ी अपनी ऑप्शन ए ही राइट बनूगी क्योंकि चैलेंजिंग टास्क बच्चे की पहला साइकोलॉजिकल नीड्स को पढ़ना होंदा है। तो ए ऑप्शन साडे वास्ते इहदे विच राइट आंसर बनेगा, ठीक है जी, ये ध्यान रखना। नैक्सट आओ गल करिए अगले क्वेश्चन की। अगले क्वेश्चन च क्वेश्चन नंबर 18 की कहता है, अ चाइल्ड कंफर्ट अनदर चाइल्ड हु इज क्राइंग, एक बच्चा जो बहुत ज़्यादा आराम दे विच है दूसरे बच्चे दे नाल, जो बच्चा की हुंदा वे रोंदा वे है, क्राइंग, बाय ऑफरिंग हिज टॉय, वह अपना टॉय किसी होर बच्चे नूं दे दिंदा है जिहड़ा रोंदा वे है ताकि वह चुप हो जाए। द बिहेवियर ऑफ द चाइल्ड
who tries to comfort the other child represent। ਹੁਣ ਜਿਹੜੇ ਬੱਚੇ ਨੇ ਆਪਣਾ ਟॉय ਦਿੱਤਾ ਸੀ ਦੂਸਰੇ ਬੱਚੇ ਨੂੰ, ਉਹ ਕਿਸ ਤਰ੍ਹਾਂ ਦਾ ਰਿਐਕਟ ਕਰੂਗਾ, ਮਤਲਬ ਉਸ 'ਚ ਕਿਹੜੀ ਡਿਵੈਲਪਮੈਂਟ ਆਉਂਦੀ ਦੀ ਹੈ, ਉਹਨੂੰ ਅਸੀਂ ਕੀ ਦੱਸਾਂਗੇ। ਇਹ ਪੁਆਇੰਟ ਹੈ ਸੋਸ਼ਲ ਡਿਵੈਲਪਮੈਂਟ। ਨੋ, ਬੱਚਾ ਰੋਂਦਾ ਪਿਆ ਮਤਲਬ ਇਮੋਸ਼ਨਸ ਦੇ ਨਾਲ ਗੱਲ ਕਰਦਾ ਪਿਆ, ਠੀਕ ਹੈ। ਤਾਂ ਆਪਸ਼ਨ ਦੇ ਅਕੋਰਡਿੰਗ ਇਮੋਸ਼ਨ ਦੀ ਗੱਲ ਕੀਤੀ ਗਈ ਹੈ, ਤਾਂ ਆਪਸ਼ਨ ਬੀ ਹੀ ਸਾਡੇ ਵਾਸਤੇ ਸਹੀ ਹੈ। ਸੋਸ਼ਲ ਵੀ ਹੈ ਕਿਉਂਕਿ ਬੱਚਾ ਗਰੁੱਪ ਦੇ ਵਿੱਚ ਹੈ, ਔਰ ਬੱਚੇ ਦੂਸਰੇ ਨੂੰ ਕੰਫਰਟ ਦਿੰਦਾ ਪਿਆ ਟੋਏ ਦੇ ਕੇ ਕਿਉਂਕਿ ਬੱਚਾ ਰੋਂਦਾ ਪਿਆ, ਤਾਂ ਉਹ ਇਮੋਸ਼ਨ ਨੂੰ ਬੱਚੇ ਨੂੰ ਕੀ ਕਰ ਰਿਹਾ, ਇੱਕ ਤਰ੍ਹਾਂ ਦਾ ਸਟਰੋਂਗ ਕਰ ਰਿਹਾ ਵੀ ਰੋ ਨਾ, ਠੀਕ ਹੈ। ਤਾਂ ਮਤਲਬ ਸੋਸ਼ਲ ਇਮੋਸ਼ਨ ਡਿਵੈਲਪਮੈਂਟ ਸਾਡੇ ਵਾਸਤੇ ਇਹਦੇ 'ਚ ਕੀ ਆਊਗਾ, ਰਾਈਟ ਆਨਸਰ ਬਣੂਗਾ, ਤਾਂ ਕਿ ਬੱਚਾ ਕੰਫਰਟ ਜ਼ੋਨ ਦੇ ਵਿੱਚ ਰਵੇ, ਰਹਿ ਸਕੇ ਜਾਂ ਰਹਿੰਦਾ ਹੋਵੇ, ਠੀਕ ਹੈ। ਨੈਕਸਟ ਆਓ ਕੁਐਸਚਨ ਨੰਬਰ 19 ਦੀ ਗੱਲ ਕਰੀਏ। ਅਕੋਰਡਿੰਗ ਟੂ ਪਿਆਜੇ ਦੇ ਅਕੋਰਡਿੰਗ ਦ ਨੰਬਰ ਆਫ ਸਟੇਜਸ ਆਫ ਦ ਚਾਈਲਡ, ਇੱਕ ਬੱਚੇ ਦੀ ਜਿਹੜੀ ਕੋਗਨੀਟਿਵ ਡਿਵੈਲਪਮੈਂਟ ਦੀ ਗੱਲ ਕੀਤੀ ਗਈ ਸੀ, ਕਿੰਨੀ ਸਟੇਜਸ 'ਚ ਉਸ ਡਿਵੈਲਪਮੈਂਟ ਨੂੰ ਡਿਸਕ੍ਰਾਈਬ ਕੀਤਾ ਗਿਆ ਸੀ, ਮਤਲਬ ਟੋਟਲ ਸਟੇਜਸ ਦੀ ਗੱਲ ਕੀਤੀ ਗਈ ਹੈ। ਆਪਸ਼ਨ ਦੇ ਅਕੋਰਡਿੰਗ ਤੁਹਾਨੂੰ ਸਭ ਨੇ ਪਤਾ ਹੈ, 3-4 ਤੁਹਾਡੀ ਗੱਲ ਕਰਦਾ ਸੀ, ਸੈਂਸਰੀ ਮੋਟਰ ਦੀ, ਪ੍ਰੀ ਆਪਰੇਸ਼ਨਲ ਦੀ, ਆਪਰੇਸ਼ਨਲ ਦੀ, ਔਰ ਇੱਕ ਲਾਸਟ ਦੀ, ਠੀਕ ਹੈ। ਯਾਨੀ ਕਿ ਟੋਟਲ ਤੁਹਾਡੇ ਵਾਸਤੇ ਕਿਹੜੀ ਆਉਣਗੀ, ਤੁਹਾਡੇ ਵਾਸਤੇ 4 ਸਟੇਜਸ ਦੀ ਗੱਲ ਕੀਤੀ ਗਈ ਤੁਹਾਡੇ ਆਪਣੇ ਜੀਨ ਪਿਆਜੇ ਦੁਆਰਾ। ਤਾਂ ਬੀ ਆਪਸ਼ਨ ਸਾਡੇ ਵਾਸਤੇ ਇਹਦੇ 'ਚ ਕੀ ਆਊਗੀ, ਕਰੈਕਟ ਬਣੂਗੀ। ਬੰਦੇ ਦੀ ਜਿਹੜੀ ਲਾਈਫ ਸਟੇਜਸ ਜਿਸ ਦੀ ਗੱਲ ਕੀਤੀ ਗਈ ਹੈ, ਉਹ 4 ਸਟੇਜਸ ਦੇ ਅਕੋਰਡਿੰਗ ਗੱਲ ਕੀਤੀ ਗਈ ਹੈ, ਠੀਕ ਹੈ ਜੀ, ਅਕੋਰਡਿੰਗ ਟੂ ਜੀਨ ਪਿਆਜੇ। ਸਿੰਪਲ ਕੁਐਸਚਨ ਸੀ ਇਹਦੇ ਵਿੱਚ। ਨੈਕਸਟ ਆਓ ਕੁਐਸਚਨ ਨੰਬਰ 20 ਦੀ ਗੱਲ ਕਰਦੇ ਹਾਂ। ਕੁਐਸਚਨ ਨੰਬਰ 20 ਕਹਿੰਦਾ ਕੀ ਹੈ, ਵੈਗੋਸਕੀ ਪ੍ਰਪੋਜ਼ ਦੈਟ, ਜਦੋਂ ਵੀ ਵਿਗੋਸਕੀ ਦਾ ਨਾਮ ਆਉਂਦਾ ਹੈ ਤਾਂ ਦਿਮਾਗ ਇੱਕ ਜਗ੍ਹਾ ਤੇ ਸੈੱਟ ਹੋ ਜਾਂਦਾ ਸੋਸ਼ਲ ਇੰਟਰੈਕਸ਼ਨ ਦੇ ਉੱਤੇ। ਤਾਂ ਕੁਐਸਚਨ ਫਿਲਹਾਲ ਦੇਖੋ ਕਹਿੰਦਾ ਕੀ ਹੈ, ਵਿਗੋਸਕੀ ਪ੍ਰਪੋਜ਼ ਦੈਟ ਚਾਈਲਡ ਡਿਵੈਲਪਮੈਂਟ ਇਜ਼, ਇੱਕ ਬੱਚੇ ਜਿਹੜਾ ਵਿਕਾਸ ਹੋਣਾ ਚਾਹੁੰਦਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੁੰਦਾ ਹੈ। ਤਾਂ ਆਪਸ਼ਨ ਦੇ ਅਕੋਰਡਿੰਗ ਦੇਖ ਲਓ ਫਿਲਹਾਲ ਕੀ ਕਹਿੰਦਾ ਹੈ, ਫਾਰਮਲ ਐਜੂਕੇਸ਼ਨ, ਪਿਆਜੇ ਨੇ ਤਾਂ ਕਦੀ ਫਾਰਮਲ ਐਜੂਕੇਸ਼ਨ ਦੀ ਗੱਲ ਹੀ ਨਹੀਂ ਕੀਤੀ ਸੀ। ਜੈਨੇਟਿਕ ਕੰਪੋਨੈਂਟ ਆਫ ਦੀ ਕਲਚਰ ਦੀ ਗੱਲ ਉਹ ਕਰਦੇ ਨੇ ਲੇਕਿਨ ਸੁਸਾਇਟੀ ਨੂੰ ਨਾਲ ਜੋੜ ਕੇ ਗੱਲ ਕਰਦੇ ਨੇ, ਠੀਕ ਹੈ ਜੀ। ਸੀ ਆਪਸ਼ਨ ਸਾਡੇ ਵਾਸਤੇ ਕਹਿੰਦਾ ਕੀ ਹੈ, ਪ੍ਰੋਡਕਟ ਆਫ ਸੋਸ਼ਲ ਇੰਟਰੈਕਸ਼ਨ, ਇਹ ਆ ਸਕਦੀ ਹੈ ਫਿਲਹਾਲ ਹੁਣ ਤੱਕ ਦੇ ਲਈ। ਡੀ ਆਪਸ਼ਨ ਵੀ ਦੇਖ ਲੈਂਦੇ ਆ ਪ੍ਰੋਡਕਟ ਆਫ ਐਸੀਮੀਲੇਸ਼ਨ ਐਂਡ ਅਕੋਮੋਡੇਸ਼ਨ। ਅਸੀਮੀਲੇਸ਼ਨ ਔਰ ਅਕੋਮੋਡੇਸ਼ਨ ਦੀ ਗੱਲ ਜੀਨ ਪਿਆਜੇ ਨੇ ਕੀਤੀ ਸੀ, ਨਾ ਕਿ ਵਿਗੋਸਕੀ ਨੇ ਕੀਤੀ ਸੀ। ਇਹ ਤਾਂ ਸਿਰਫ 3 ਟਰਮਸ ਲੈ ਕੇ ਆਏ ਸੀ, ਸਕੈਫੋਲਡਿੰਗ ਦੀ, ਇੱਕ ZPD ਦੀ, ਇੱਕ MKO ਦੀ। ਤਾਂ ਸਾਡੇ ਵਾਸਤੇ ਆਪਸ਼ਨ ਇੱਕੋ ਹੀ ਹੈ, ਦੈਟਸ ਕੋਲ ਸੀ ਆਪਸ਼ਨ। ਇਹਨਾਂ ਨੇ ਗੱਲ ਕੀਤੀ ਸੀ ਬੱਚੇ ਦੇ ਇੱਕ ਤਰ੍ਹਾਂ ਦਾ ਸਮਾਜੀਕਰਨ ਹੋਣਾ ਜ਼ਰੂਰੀ ਹੈ, ਸੋਸ਼ਲ ਇੰਟਰੈਕਸ਼ਨ ਹੋਣਾ ਜ਼ਰੂਰੀ ਹੈ, ਠੀਕ ਹੈ ਜੀ। ਨੈਕਸਟ ਆਓ ਕੁਐਸਚਨ ਨੰਬਰ 21 ਕੀ ਗੱਲ ਕਰ ਰਹੇ ਆ, ਸੈਫਲੋਕੋਡਲ ਟ੍ਰੈਂਡਸ। ਹੁਣ ਨਾਮ ਤੋਂ ਯਾਦ ਆਇਆ ਹੋਊਗਾ ਕਿ ਸੈਫਲੋਕੋਡਲ ਦੀ ਗੱਲ ਕੀਤੀ ਗਈ ਹੈ, ਟੌਪ ਤੋਂ ਲੈ ਕੇ ਬਾਟਮ ਤੱਕ ਦੀ ਗੱਲ ਕੀਤੀ ਗਈ ਹੈ, ਹੈਡ ਤੋਂ ਲੈ ਕੇ ਟੋ ਤੱਕ ਦੀ ਗੱਲ ਕੀਤੀ ਗਈ ਹੈ, ਬੱਚੇ ਦੇ ਡਿਵੈਲਪਮੈਂਟ ਦੀ ਗੱਲ ਕੀਤੀ ਗਈ ਹੈ। ਤਾਂ ਕਿਹੜੀ ਚੀਜ਼ਾਂ ਹੋਣੀ ਚਾਹੀਦੀਆਂ ਨੇ ਫਿਲਹਾਲ ਇਹਦੇ ਵਿੱਚ। ਇਹ ਆਪਸ਼ਨ ਕਹਿੰਦਾ ਕਿ ਇਹ ਮਸਕੂਲਰ ਕੰਟਰੋਲ ਦੀ ਗੱਲ ਕੀਤੀ ਗਈ ਹੈ, ਹਾਂਜੀ ਉਹ ਤਾਂ ਹੋ ਹੀ ਸਕੂਗਾ, ਇਹ ਵੀ ਆ ਸਕਦਾ ਹੈ। ਬੀ ਪੁਆਇੰਟ ਕਹਿੰਦਾ ਕਿ ਕੋਆਰਡੀਨੇਸ਼ਨ ਦੀ ਗੱਲ ਕੀਤੀ ਗਈ ਹੈ, ਹਾਂਜੀ ਇਹਦੀ ਵੀ ਗੱਲ ਕੀਤੀ ਜਾ ਸਕਦੀ ਹੈ ਕੋਆਰਡੀਨੇਸ਼ਨ ਦੀ। ਸੀ ਆਪਸ਼ਨ ਕਹਿੰਦਾ ਕਿ ਪ੍ਰੋਗਰੈਸ ਨੂੰ ਲੈ ਕੇ ਨਹੀਂ ਕਿਹਾ ਗਿਆ ਫਿਲਹਾਲ, ਇਸ ਚੀਜ਼ ਨੂੰ ਲੈ ਕੇ, ਠੀਕ ਹੈ। ਤਾਂ ਆਪਸ਼ਨ ਦੇ ਅਕੋਰਡਿੰਗ ਦੋਨੋਂ ਆਪਸ਼ਨ ਸਹੀ ਨੇ, ਏ ਆਪਸ਼ਨ ਵੀ ਸਹੀ ਹੈ, ਬੀ ਆਪਸ਼ਨ ਵੀ ਸਹੀ ਹੈ। ਫਿਲਹਾਲ ਸੀ ਆਪਸ਼ਨ ਗਲਤ ਹੈ, ਡੀ ਆਪਸ਼ਨ ਪੜ੍ਹ ਲੈਂਦੇ ਆ। ਡੀ ਆਪਸ਼ਨ ਕੀ ਕਹਿੰਦੀ ਹੈ, ਬੋਥ A ਐਂਡ B, ਹਾਂਜੀ ਹੈਗਾ ਹੀ ਹੈ। ਤਾਂ ਆਪਸ਼ਨ ਤੁਹਾਡੇ ਵਾਸਤੇ ਇਹਦੇ 'ਚ ਤਿੰਨੋਂ ਸਹੀ ਨੇ, ਪਰ ਇੱਕ ਐਪਰੋਪ੍ਰੀਏਟ ਆਨਸਰ ਚੂਜ਼ ਕਰਨਾ ਹੈ। ਤਾਂ ਸਾਡੇ ਵਾਸਤੇ ਡੀ ਆਪਸ਼ਨ ਸਾਡੇ ਵਾਸਤੇ ਰਾਈਟ ਹੈ, ਕਿਉਂਕਿ ਉਹ ਦੋਨਾਂ ਦੀ ਗੱਲ ਕਰਦੀ ਵੀ ਹੈ, A ਦੀ ਵੀ ਗੱਲ ਕਰ ਰਿਹਾ ਕੋਆਰਡੀਨੇਸ਼ਨ ਦੀ, ਔਰ B ਦੀ ਵੀ ਗੱਲ ਕਰ ਤੁਹਾਡੇ ਆਪਣੇ ਮਸਕੂਲਰ ਕੰਟਰੋਲ ਦੀ। ਤਾਂ ਆਨਸਰ ਸਾਡੇ ਵਾਸਤੇ ਇਹ 'ਚ ਜਿਹੜਾ ਬਣੂਗਾ ਉਹ D ਬਣੇਗਾ, ਇਹ ਧਿਆਨ ਰੱਖਣਾ, ਬੋਥ A ਐਂਡ B। ਨੈਕਸਟ ਆਓ ਕੁਐਸਚਨ ਨੰਬਰ 22 ਦੀ ਗੱਲ ਕਰੀਏ। ਸੋਸ਼ਲਾਈਜੇਸ਼ਨ ਜਾਂ ਸੋਸ਼ਲ ਡਿਵੈਲਪਮੈਂਟ ਕਹਿੰਦਾ, ਜਾਂ ਤਾਂ ਸੋਸ਼ਲ ਡਿਵੈਲਪਮੈਂਟ ਦੀ ਗੱਲ ਕੀਤੀ ਗਈ ਹੈ ਜਾਂ ਤੁਹਾਡੇ ਆਪਣੇ ਇੱਕ ਤਰ੍ਹਾਂ ਸੋਸ਼ਲਾਈਜੇਸ਼ਨ ਪ੍ਰੋਸੈਸ ਦੀ ਗੱਲ ਕੀਤੀ ਗਈ ਹੈ, ਜਿੱਥੇ ਤੁਹਾਡੇ ਆਪਣੇ ਬਾਇਓਲੋਜੀਕਲ ਫੈਕਟਰਸ ਕਨਵਰਟ ਹੋ ਸਕਦੇ ਨੇ ਕਿਹਦੇ ਵਿੱਚ, ਹਿਊਮਨ ਪਰਸਨਸ ਦੇ ਵਿੱਚ। ਮਤਲਬ ਇੱਕ ਬਾਇਓਲੋਜੀਕਲ ਫੈਕਟਰਸ ਦੀ ਗੱਲ ਕੀਤੀ ਗਈ ਹੈ, ਬਾਇਓਲੋਜੀਕਲ ਫੀਚਰਸ ਦੀ ਗੱਲ ਕੀਤੀ ਗਈ ਹੈ ਜੋ ਇੱਕ ਆਦਮੀ ਨੂੰ ਸਹੀ ਰੱਖ ਸਕਦੇ ਨੇ। ਇਸ ਚੀਜ਼ ਦੀ ਕਿਹਨਾਂ ਨੇ ਗੱਲ ਕੀਤੀ ਸੀ, ਹੂ ਸੈਡ ਦਿਸ, ਇਹ ਕਿਹਨਾਂ ਨੇ ਕਿਹਾ ਸੀ ਫਿਲਹਾਲ। ਇਹ ਪੁਆਇੰਟ ਹੈ ਹਰਲੋਗ ਨੇ ਸਿਰਫ ਬਾਇਓਲੋਜੀਕਲ ਦੀ ਗੱਲ ਕੀਤੀ ਸੀ, ਇੱਕ ਹਿਊਮਨ ਦੀ ਕੋਈ ਗੱਲ ਨਹੀਂ ਕੀਤੀ। ਜੀਨ ਪਿਆਜੇ ਨੇ ਇਸ ਚੀਜ਼ ਦੀ ਕੋਈ ਗੱਲ ਨਹੀਂ ਕੀਤੀ। ਤਾਂ ਸੀ ਆਪਸ਼ਨ ਸਾਡੇ ਵਾਸਤੇ ਰਾਈਟ ਆਨਸਰ ਦਿੱਤਾ ਹੈ ਫਿਲਹਾਲ। ਗੈਰਟ ਨੇ ਇਸ ਚੀਜ਼ ਦੀ ਗੱਲ ਕੀਤੀ ਸੀ ਕਿ ਬਾਇਓਲੋਜੀਕਲ ਫੈਕਟਰ ਸੀ ਇੱਕ ਹਿਊਮਨ ਨੂੰ ਚੇਂਜ ਕਰ ਸਕਦਾ ਚੰਗੀ ਪ੍ਰੋਸੈਸ ਨੂੰ ਲੈ ਕੇ। ਉਹ ਪ੍ਰੋਸੈਸ ਸਾਡੇ ਵਾਸਤੇ ਕਿਹੜੀ ਪ੍ਰੋਸੈਸ ਹੈ, ਸੋਸ਼ਲਾਈਜੇਸ਼ਨ ਦੀ ਪ੍ਰੋਸੈਸ ਹੈ, ਠੀਕ ਹੈ ਜੀ। ਧਿਆਨ ਰੱਖਿਓ ਦੋਨੋਂ ਚੀਜ਼ਾਂ ਦੀ ਗੱਲ ਕੀਤੀ ਗਈ ਹੈ ਤੁਹਾਡੇ ਆਪਣੇ ਇਸ ਚੀਜ਼ ਦੇ ਵਿੱਚ। ਤਾਂ ਸੀ ਆਪਸ਼ਨ ਸਾਡੇ ਵਾਸਤੇ ਇਹਦੇ 'ਚ ਰਾਈਟ ਬਣੇਗੀ ਗੈਰਟ,
ठीक है। कई बंदे नू ग्रेट बोल देंगे ने, लेकिन कैरेट ध्यान रखना इस चीज़ वास्ते राइट आंसर आएगा, ठीक है। नैक्सट आओ क्वेश्चन नंबर 23। हुण क्वेश्चन दे विच ना कई बच्चे कन्फ्यूज हो जाते हैं, लाइफ लिखिया होया है कि की लिखिया होया है। तो लाइफ के अकॉर्डिंग कुछ नहीं है, इतने फुल फॉर्म पता करनी है थोड़ी इस चीज़ को लैके ILFE के अकॉर्डिंग। तो बहुत बारी उन्होंने किया है मेरे नाल पॉइंट IEP, ठीक है, किया है जो थोड़े अपने इंक्लूसिव एजुकेशन के गल की गई इस चीज़ की। तो जिन्हें बच्चे ने पढ़िया होगा वो फिलहाल वह आंसर भी जानता होगा कि जेडे बच्चे की एजुकेशन हो सकती है या लर्निंग हो सकती है वो फ्रेंडली तरीके नाल ही फुलफिल की जा सकती है। तो सारी सही हो सकते हैं, लेकिन ध्यान रखना ऑप्शन इको ही सैट है, इंक्लूसिव लर्निंग मतलब विद द फ्रेंडली इन्वायरमेंट। तो साढ़े वास्ते जो आंसर बनूगा और 23rd का और बी ऑप्शन ही बनेगी, फ्रेंडली नेचर के नाल इंक्लूसिव लर्निंग की गल की गई है बी ऑप्शन को लैके, ठीक है जी। ये ध्यान रखना फुल फॉर्म की गल की गई है। नैक्सट आओ क्वेश्चन नंबर 24। क्वेश्चन नंबर 24 कहता की है द स्कूल में बी रिगार्डिड एज द सोशल इन्विटेशन या इन्वेंशन भी कह सकते हैं, ठीक है, कि जो स्कूल है वो एक तरह सोशल इंटरैक्शन को डिस्क्राइब करता है ताकि असं सोसाइटी को कुछ ना कुछ की कर सके, सर्व कर सकीए काहदे वास्ते, ताकि जो बच्चे अज दे ने वो कल दे की बन सकन, नेता बन सकन, ठीक है। दिस हैज़ बीन डिस्क्राइब बाय या ये वर्ड किन्ना द्वारा दिते गए सी। तो सिंपल जो क्वेश्चन है, इको ही आंसर है जो फैक्चुअल क्वेश्चन है तुहानूं दिती हुई है, मैंने लिस्ट काफ़ी सारी उस गल की गई ओटावे दी। उन्होंने गल की इस चीज़ को लैके कि एक बच्चा जो स्कूल के आऊगा तो सैकेंड होम समझे कि स्कूल वो सैकेंड दूजा घर है, उन्होंने कितने भी अपने आप चेंजिस करने की है लोड़ नहीं हैगी। चेंजिस कौन करेंगे, टीचर्स चेंज करेंगे। इस चीज़ को लैके गल की गई सी फैक्चुअल क्वेश्चन को लैके, ठीक है जी। नैक्सट आओ क्वेश्चन नंबर 24 जो आंसर आएगा वो ए ऑप्शन आएगी, ओटावे। नैक्सट आओ क्वेश्चन नंबर 25। अ चाइल्ड स्टडिंग हार्ड फॉर द सेक फॉर द गेटिंग अ स्कॉलरशिप। एक बच्चा काफ़ी सख्त मेहनत करता हुआ है काहदे वास्ते, स्कॉलरशिप नूं लैण दे वास्ते, क्योंकि स्कॉलरशिप इनसाइडर वे नाल गल नहीं करती, वो आउटसाइडर वे नाल गल करूगी, वो स्कूल चों नहीं मिलनी और गवर्नमेंट तो या किसी ट्रस्टी तो मिलनी है। ये एग्जाम्पल कादी साडे वास्ते होएगी, मोटिवेशन के तौर पर है, इंट्रिंसिक मोटिवेशन नो, क्योंकि बच्चा स्कॉलरशिप लै रहा है तो ओबवियसली साडे वास्ते बाहरली मोटिवेशन होगी क्योंकि बच्चा सख्त मेहनत करता गया। मेहनत और वास्ते इंट्रिंसिक है, लेकिन जी स्कॉलरशिप मिलनी है वो वास्ते की होगी, वो बाहरली यानी कि बाहरी प्रेरणा होगी, जिमें कि पंजाबी च मैंशन किया हुआ है। एक्सटेंडिंग मोटिवेशन ये वास्ते साडे वास्ते की आऊगी, राइट आंसर आऊगा, क्योंकि इस स्कॉलरशिप की गल की गई है। स्कॉलरशिप यानी कि गल की गई है, एक्सटर्नल वे की गल की गई है। सख्त मेहनत और वास्ते इंटरनल है, लेकिन जी स्कॉलरशिप लैनी है वो वास्ते की है, एक्सटर्नल है। ये भी ध्यान रखियो, ठीक है जी। नैक्सट आओ क्वेश्चन नंबर 26 की गल करते हैं। आ टीचर इफेक्टिवनैस मतलब टीचर की टीचिंग की इफेक्टिवनैस की गल की गई है। कैन बी जज्ड किस तरह जज की जा सकती है, वैन कदों, ब्रिंग गुड रिजल्ट अच्छा रिजल्ट लैके आवे, या रेज द IQ आना सी इत्थे, ठीक है, IZ नहीं आंदा, इत्थे IQ रखा जाऊगा क्योंकि पंजाबी च सही लिखा हुआ, थोड़ा बहुत इंग्लिश क्लैरिकल वर्क आ जाता है, ठीक है। तो रेज द IQ ऑफ द लर्नर, बच्चे के IQ लर्नर राइज किया जाए, रेज किया जाए, या एक लर्नर की थिंकिंग किया जा सकता, स्टिमुलेट किया जा सकता है। तो ध्यान रखिए जो इफेक्टिवनैस की गल की जाती है तो आह चीज़ जी थोड़े वास्ते सी ऑप्शन है ये मेनली कंसीडर की जाती है। उस तो बाद अगर कंसीडर करना साने तो आह चीज़ा तो अपने आप ही हो जाएगियाँ। जो लर्नर थिंकिंग स्टिमुलेट करांगे तो ओबवियस IQ रेस होएगा और गुड रिजल्ट भी आऊगा, लेकिन इफेक्टिवनैस को लैके साडे विच इन्हां विच जिहड़ी आंसर दिता हुआ है वो साडे वास्ते की होगा, लर्नर की थिंकिंग की किया जाऊगा, स्टिमुलेट किया जाऊगा। सी ऑप्शन ਇਹਦਾ की बनूगा, राइट आंसर बनूगा क्वेश्चन नंबर 26 ਨੂੰ लैके, ठीक है जी। नैक्सट आओ अगला क्वेश्चन है क्वेश्चन नंबर 27। विच इज द फॉलोइंग नॉट मेजर्ड बाय द इंटैलीजेंस टेस्ट। हुण नीचे दी कोई ऑप्शन ऐसी होगी जो नोट की गल करूगी, नहीं की गल करूगी। केड़ा पॉइंट है जो इंटैलीजेंस टेस्ट में मेजर नहीं कर सकता, केड़ा हो सकता है फिलहाल तो देख लेना। कहता कि है ए ऑप्शन कहता है एबिलिटी टू लर्न, ये तो हैगा ही है फिलहाल इंटैलीजेंस टेस्ट वास्ते गल की गई है। ए ऑप्शन एबिलिटी टू लर्न हैगा ही है,
बी ऑप्शन कहता है कि है एबिलिटी टू अप्लाई वंस नॉलेज टू न्यू प्रॉब्लम, ताही तो इंटैलीजेंस टेस्ट डिस्क्राइब किया गया है, मेजर किया गया है कि अगे कोई पास्ट एक्सपीरियंस के अकॉर्डिंग कोई नॉलेज हैगी है, ताही करंट सिचुएशन की किया जा सकता है, सॉर्ट आउट किया जा सकता है। ये भी ऑप्शन हैगी है। सी पॉइंट कहता कि है एबिलिटी टू थिंक डाइवर्जेंटली, डाइवर्जेंट तरीका इंटैलीजेंस टेस्ट को डिस्क्राइब नहीं करता, ये नहीं आऊगा, यानी कि नोट की गल की गई है। तो ऑबवियस ये वास्ते जी ऑप्शन बनी है साढ़े वास्ते वो एक तरह की क्रिएटिविटी टेस्ट में डिस्क्राइब करती है। तो क्रिएटिविटी टेस्ट में लेकर डिवर्जेंट साढ़े वास्ते नहीं रखी जा सकती, क्योंकि इंटैलीजेंस टेस्ट हमेशा किनू जन्म देगी, थोड़े बच्चे अपने बच्चे वास्ते क्रिएटिविटी टेस्ट नॉलेज को डिस्क्राइब करूगी, डाइवर्जेंट थिंकिंग के वास्ते राइट आंसर नहीं है। तो ऑप्शन साढ़े वास्ते सी एच राइट है, क्योंकि नोट का क्वेश्चन पूछा गया सी ये अकॉर्डिंग। ठीक है, नैक्सट आओ क्वेश्चन नंबर 28 कहता कि है कोलबर्ग स्टेजेस ऑफ मॉरल डिवेलपमेंट। कोलबर्ग ने मॉरल डिवेलपमेंट की थ्योरी कंस्ट्रक्ट की थी। ये जी थ्योरी है वो कि मतलब कि थ्योरी ने रिलेट करती है, तो पढ़न की लड़ नहीं है, दसन की लड़ नहीं है, ऑप्शन तुहानूं पता ही है। फिलहाल प्याजे राइट आंसर आऊगा, क्योंकि प्याजे तो ज़्यादा इन्फ्लुएंस सीगे। ठीक है, कोलबर्ग। ठीक है, तो ऑप्शन के अकॉर्डिंग साढ़े वास्ते की बनूगी सी ऑप्शन साढ़े वास्ते राइट आंसर बनूगा, प्याजे मॉरल डिवेलपमेंट स्टेजिस। ठीक है, इस क्वेश्चन को लैके गल की गई सी कोलबर्ग की, तो सी आंसर साढ़े वास्ते की है राइट आंसर बनेगा। ठीक है जी, नैक्सट आओ क्वेश्चन नंबर 29 च कहता कि है वट इज द बेस्ट वे टू डील विद द मिसबिहेवियर ऑफ द किंडरगार्टन। अगर कोई बच्चे नर्सरी क्लास के विच ने या केजी क्लास ने अगर मिसबिहेवियर कंडक्ट करते हुए ने तो वह बेस्ट डील की होगा। ठीक है, बच्चे छोटे ने तो ऑबवियस है कुछ ने टीचर के करनी तो किया जाऊगा। तो ए ऑप्शन कहता है कि पनिशमेंट नो, ये पहले पॉइंट मैं इतने कैंसल करूँगा। बी पॉइंट इग्नोर कर दोगे नो, क्योंकि बच्चा कीड़न काटन बच्चे बिहेवियर को मॉडिफाई कर दिता जाए तो वैल एंड गुड है। ठीक है, सी ऑप्शन कहता कि है सुटेबल पनिशमेंट की तो कोई गल ही ना की जाए कीड़न काटन के अकॉर्डिंग, क्योंकि फ्रॉबल ने गल कही बच्चे की ने गॉड गिफ्टेड ने, छोटे ने बच्चे। ठीक है, तो डी ऑप्शन साढ़े वास्ते फिलहाल की कहती है चैनलाइज द चिल्ड्रन एनर्जीज इनटू द पॉजिटिव डायरेक्शन। हाँ, ये चीज़ हो सकती है कि जो बच्चा शरारत करता हुआ है तो वो शरारतों को दिता जाए पॉजिटिव डायरेक्शन दिता जाए, ताकि कोई ना कोई लर्निंग दी जा सकती है। तो डी ऑप्शन साढ़े वास्ते की है राइट बनेगा इस चीज़ को लैके। मिसबिहेवियर है, छोटा नहीं हो सकता, मतलब बड़ा नहीं हो सकता, छोटा तो होगा ही बच्चे का फिलहाल। ठीक है, तो पॉजिटिव डायरेक्शन की गल करांगे इस चीज़ को लैके। क्लीयर है जी, नैक्सट आओ क्वेश्चन नंबर 30 क्वेश्चन किस चीज़ की गल करता है। ये बच्चे ने फिलहाल एक फैक्चुअल क्वेश्चन के अकॉर्डिंग गल की गई है, जो असं डायलैक्शिया की गल करते हैं बच्चे की। ठीक है, डिसेबिलिटी की गल करते हैं, क्वेश्चन उस चीज़ के मिलिया हुआ फिलहाल। तो देखो क्वेश्चन कहता कि है स्टूडेंट्स कैन इंप्रूव देयर कंप्रीहेंशन ऑफ द रीडिंग मटीरियल। एक बच्चा अपने रिटन मटीरियल चंगे तरीके समझ सकता है और अगर एक स्ट्रैटेजी यूज करूँगा और स्ट्रैटेजी साढ़े वास्ते की है SQ4R है। ध्यान रखना SQ4R है। ठीक है, तो ये 4R ठीक है SQ और फुल फॉर्म की हो सकती है साढ़े वास्ते, यानी कि SQ का मतलब की है और जो 4 R आएंगे उन्हों का मतलब की होगा। तो ऑप्शन काफ़ी सारी कन्फ्यूजिंग क्वेश्चन ने, पॉइंट ने ऑप्शन दी हुई ने। तो ध्यान रखिए जो असीं गल करांगे एस तो क्वेश्चन स्टार्ट किया तो एस तो जी फुल फॉर्म बनूगी। तेरे वास्ते जी होगा पहला सर्वे होना जरूरी है, फिर असीं क्वेश्चन देखांगे, फिर रीड करांगे, फिर उस तो बाद उन्होंने रिसाइट किया जाऊगा, राइट किया जाऊगा, फिर रिव्यू लिता जाऊगा। काफ़ी सारी ऑप्शन दी हुई ने, कन्फ्यूजिंग भी ने कि चीज़ साढ़े वास्ते सही है। तो फैक्चुअल क्वेश्चन है तो साढ़े वास्ते ये आंसर आऊगा वो बी ऑप्शन आऊगा, जिमें कि मैंने इत्थे तुहानूं दस्सिया सीगा। सर्वे करना, उस तो बाद क्वेश्चंस, फिर रीड आ जाऊगा, रिसाइट आ जाऊगा, राइट आ जाऊगा और तुहाडे वास्ते रिव्यू रखा जाऊगा। ठीक है जी, ये CDP की 2015 का प्रीवियस ईयर क्वेश्चन पेपर से जो तुहाडे सामने इसनूं चंगे तरीके ब्रीफली तरीके इलैबोरेट किया गया। अगर डाउट है या तुसीं ये PDF लेना भी चाहते हो तो इस वीडियो के डिस्क्रिप्शन बॉक्स के नीचे एक WhatsApp ग्रुप दिता हुआ है, तो तुसीं उन्होंने ज्वाइन करके पिछले साल के क्वेश्चन पेपर जो भी तुहानूं करवाए गए सी बाला एजुकेशन पॉइंट के करनी तो और सारे दिते गए ने, तुसीं उन्होंने लै सकते हो फिलहाल। ठीक है जी, थैंक यू सो मच।